गुरु जी की साजी नवाजी गुरु रूप गुरु प्यारी साध संगत जी, वाहिगुरु जी का खालसा वाहिगुरु जी की फतेह। गुरमुख प्यारिओ, सतगुरु गुरबाणी गुरु विच जो सानू उपदेश बख्शिश कर रहे, सानू समझाउंदे कि इस संसार दे विच आउणा उन्हां गुरमुखां दा सफल है। वो आए संसार च प्रवान ने जिन्हां ने आत्म रस नूं जान लिया, जिन्हां ने आत्म रस की प्राप्ति की, फिर उस सहज दे विच हरि दा रंग माणदी। ते महाराज कहंदे भी उन्हां दा आउणा प्रवान ते वो गुरमुख धन ने। सतगुरु फरमाउंदे आत्म रस जिह जानिया सहजे हर रंग मान, नानक धन धन जन आई ते परवान। आत्म रस कहंदे साडे जो मन की खुराक है अमृत रस, जिन्हों हर रस कहंदे, ब्रह्म रस कहंदे, उन्होंने आत्म रस भी कह दिता। जिन्हां गुरमुखां ने आत्म रस की प्राप्ति कर ली, जिन्होंने अमृत की प्राप्ति होगी, वो गुरमुख फिर सहज दे विच वो हरि का परमात्मा का आनंद माणदे, रंग माणदे। सहज अपना घर है, सहज दे विच ही अमृत है। जदों असी सहज विच जावांगे सानू उदों फिर वो आत्म रस की प्राप्ति होगी, जिसनों महाराज कहंदे सहज आनंद हुआ बड़ भागी, मन हर हर मीठा लाया। बई मानों फिर वो मिठा रस अमृत उसकी प्राप्ति होती। जिन्होंने ये प्राप्ति होगी, महाराज कहंदे वो गुरमुख धन ने। उही संसार दे विच आए हुए
ਉਹ ਪ੍ਰਵਾਨ ਨੇ, ਕਿਉਂਕਿ ਉਹਨਾਂ ਦਾ ਜੀਵਨ ਪ੍ਰਵਾਨ ਹੋ ਗਿਆ। ਜਿਸੇ ਗੁਰਬਾਣੀ ਗੁਰੂ ਵਿੱਚ ਸੱਚ ਦੀ, ਨਾਮ ਦੀ ਮਹਿਮਾ ਕੀਤੀ ਹੈ, ਪਰਮਾਤਮਾ ਵਾਹਿਗੁਰੂ ਦੀ ਮਹਿਮਾ ਕੀਤੀ ਹੈ, ਉੱਥੇ ਉਹਨਾਂ ਗੁਰਮੁਖਾਂ ਦੀ ਵੀ ਮਹਿਮਾ ਵਡਿਆਈ ਕੀਤੀ ਹੈ ਜਿਨ੍ਹਾਂ ਨੇ ਫਿਰ ਇਹ ਆਤਮ ਰਸ ਨੂੰ ਜਾਣ ਲਿਆ। ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਸੰਤ, ਸਾਧੂ, ਭਗਤ, ਬ੍ਰਹਮ ਗਿਆਨੀ, ਗੁਰਮੁਖ, ਇਹਨਾਂ ਨਾਮਾਂ ਦੇ ਨਾਲ ਫਿਰ ਨਵਾਜੇ ਹੈਗੇ। ਅਤੇ ਉਹਨਾਂ ਗੁਰਮੁਖਾਂ ਦੀ ਵਡਿਆਈ ਕਰਦੇ, ਉਹਨਾਂ ਦੀ ਉਸਤਤ ਕਰਦੇ, ਜਿਸ ਨੂੰ ਮਹਾਰਾਜ ਕਹਿੰਦੇ ਜੋ ਦਾਸ ਤੇਰੇ ਕੀ ਉਸਤਤ ਹੈ ਸਾ ਹਰ ਕੀ ਵਡਿਆਈ। ਕਿਉਂਕਿ ਉਹਦੇ ਦਾਸ ਦੇ ਵਿੱਚ, ਸੰਤ ਵਿੱਚ ਅਤੇ ਪਰਮਾਤਮਾ ਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ, ਕੋਈ ਅੰਤਰ ਨਹੀਂ ਰਹਿੰਦਾ, ਕਿਉਂਕਿ ਉਹ ਦੋਵੇਂ ਹੀ ਇੱਕ ਰੂਪ ਹੋ ਜਾਂਦੇ। ਆਈਓ ਮਹਾਰਾਜ ਕਹਿੰਦੇ ਸੰਤਾਂ ਕੋ ਮਤ ਕੋਈ ਨਿੰਦੋ, ਸੰਤ ਰਾਮ ਹੈ ਏਕੋ। ਬਈ ਸੰਤਾਂ ਦੀ ਨਿੰਦਿਆ ਨਾ ਕਰੋ, ਕਿਉਂਕਿ ਸੰਤ ਅਤੇ ਰਾਮ ਦੇ ਵਿੱਚ ਕੋਈ ਫਰਕ ਨਹੀਂ, ਉਹ ਦੋਵੇਂ ਹੀ ਇੱਕ ਰੂਪ ਹੋ ਗਏ। ਹੁਣ ਉਹਨਾਂ ਗੁਰਮੁਖਾਂ ਦਾ ਹੋਣਾ ਫਿਰ ਪ੍ਰਵਾਨ ਸੰਸਾਰ ਦੇ ਵਿੱਚ, ਅਤੇ ਉਹਨਾਂ ਦਾ ਸੰਗ ਕਰਕੇ ਜਿਹੜੇ ਪ੍ਰਵਾਨ ਹੋ ਗਏ, ਉਹਨਾਂ ਦਾ ਸੰਗ ਕਰਕੇ ਅਸੀਂ ਇਹ ਭਵ ਸਾਗਰ ਤੋਂ ਪਾਰ ਹੋ ਸਕਦੇ। ਉਹਨਾਂ ਦਾ ਸੰਗ ਕਰਕੇ ਅਸੀਂ ਤਰ ਸਕਦੇ ਹਾਂ, ਜਿਵੇਂ ਲੱਕੜ ਦੇ ਨਾਲ ਲੋਹਾ ਤਰ ਜਾਂਦਾ। ਇਸੇ ਤਰ੍ਹਾਂ ਹੀ ਜਿਹੜੇ ਗੁਰਮੁਖ ਪ੍ਰਵਾਨ ਹੋ ਗਏ, ਉਹਨਾਂ ਦਾ ਸੰਗ ਕਰਕੇ ਅਸੀਂ ਵੀ ਪ੍ਰਵਾਨ ਹੋ ਜਾਂਦੇ, ਅਸੀਂ ਵੀ ਨਾਲ ਤਰ ਜਾਂਦੇ। ਆਈਓ ਮਹਾਰਾਜ ਕਹਿੰਦੇ ਵੀ ਉਹਨਾਂ ਦਾ ਜੀਵਨ ਸਫਲ ਅਤੇ ਉਹਨਾਂ ਦਾ ਸੰਗ ਵੀ ਸਫਲ ਜਿਹੜੇ ਕਰਦੇ ਨੇ। ਮਹਾਰਾਜ ਕਹਿੰਦੇ ਸਫਲ ਜੀਵਨ ਸਫਲ ਤਾਂ ਕਾ ਸੰਗ, ਜਾ ਕੇ ਮਨ ਲਾਗਾ ਹਰ ਰੰਗ। ਜੈ ਜੈ ਸ਼ਬਦ ਅਨਾਹਦ ਵਾਜੇ, ਸੁਣ ਸੁਣ ਆਨੰਦ ਕਰੇ ਪ੍ਰਭ ਗਾਜੀ। ਪ੍ਰਗਟੇ ਗੋਪਾਲ ਮਹਾਤ ਕੇ, ਮਾਥੇ ਨਾਨਕ ਉਧਰੇ ਤਿੰਨ ਕੇ ਸਾਥੀ। ਬਈ ਉਹਨਾਂ ਦਾ ਸੰਗ ਕਰਕੇ ਜਿਹੜੇ ਗੁਰਮੁਖ ਪ੍ਰਵਾਨ ਹੋ ਗਏ, ਉਹਨਾਂ ਦਾ ਸੰਗ ਕਰਕੇ ਅਸੀਂ ਉੱਧਰ ਸਕਦੇ, ਅਸੀਂ ਇਹ ਸੰਸਾਰ ਸਾਗਰ ਤੋਂ ਪਾਰ ਹੋ ਸਕਦੇ। ਤਾਂ ਫਿਰ ਗੁਰਬਾਣੀ ਗੁਰੂ 'ਚ ਕਹਿੰਦੇ ਵੀ ਉਹਨਾਂ ਗੁਰਮੁਖਾਂ ਦਾ ਸੰਗ ਕਰੋ ਜਿੱਥੇ ਉਹ ਵਿਚਾਰ ਕਰਦੇ, ਸੱਚ ਅਤੇ ਨਾਮ ਦੀ ਮਹਿਮਾ ਕਰਦੇ। ਉਹਨੂੰ ਗੁਰਬਾਣੀ ਗੁਰੂ ਵਿੱਚ ਸਤ ਸੰਗਤ ਦਾ ਨਾਮ ਦਿੱਤਾ। ਜਿੱਥੇ ਉਹ ਸੰਤ ਜਨ ਬਹਿ ਕੇ ਮਹਿਮਾ ਕਰਦੇ ਨਾਮ ਦੀ, ਪਰਮਾਤਮਾ ਦੀ, ਜਿਹਨੂੰ ਮਹਾਰਾਜ ਕਹਿੰਦੇ ਸੋ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ। ਸਭਾ ਕਹਿੰਦੇ ਸਤ ਸੰਗਤ ਨੂੰ, ਵੀ ਜਿੱਥੇ ਉਹ ਸੰਤਾਂ ਦੀ ਸਭਾ ਲੱਗਦੀ ਉਹ ਥਾਂ ਵੀ ਪਵਿੱਤਰ ਹੋ ਜਾਂਦਾ ਹੈ, ਅਤੇ ਜਿਹੜੇ ਜੀਵ ਉੱਥੇ ਸੰਗ ਕਰਦੇ ਉਹਨਾਂ ਦੇ ਮਨ ਵੀ ਪਵਿੱਤਰ ਹੋ ਜਾਂਦੇ, ਉਹਨਾਂ ਦੀ ਮੈਲ ਉਤਰ ਜਾਂਦੀ। ਇਸ ਲਈ ਮਹਾਰਾਜ ਕਹਿੰਦੇ ਫਿਰ ਉਹਨਾਂ ਨੂੰ ਦਰਗਾਹ ਦੇ ਵਿੱਚ ਢੋਈਏ, ਉਹਨਾਂ ਨੂੰ ਦਰਗਾਹ ਦੇ ਵਿੱਚ ਥਾਂ ਮਿਲ ਜਾਂਦੀ। ਸੋ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ, ਢੋਈ ਤਿਸ ਹੀ ਨੂੰ ਮਿਲੇ ਜਨ ਪੂਰਾ ਗੁਰੂ ਲੱਭਾ। ਬਈ ਜਿਨ੍ਹਾਂ ਨੇ ਪੂਰੇ ਗੁਰੂ ਦੀ ਪਹਿਚਾਣ ਕਰ, ਜਿਨ੍ਹਾਂ ਨੂੰ ਸਤ ਸੰਗਤ ਮਿਲ ਗਈ, ਉਹਨਾਂ ਨੂੰ ਫਿਰ ਦਰਗਾਹ 'ਚ ਢੋਈ ਮਿਲ ਜਾਂਦੀ। ਉਹ ਗੁਰਮੁਖ ਇਸ ਸੰਸਾਰ ਸਾਗਰ, ਭਵ ਸਾਗਰ ਤੋਂ ਤਰ ਜਾਂਦੇ। ਹੁਣ ਉਹਨਾਂ ਗੁਰਮੁਖਾਂ ਦਾ ਸੰਗ ਕਰਕੇ ਫਿਰ ਅਸੀਂ ਉਹਨਾਂ ਦਾ ਬਚਨ ਮੰਨਣਾ ਹੁੰਦਾ। ਜੋ ਸਾਨੂੰ ਬਚਨ ਕਰਦੇ, ਅਸੀਂ ਜੇ ਉਹਨਾਂ ਦੇ ਬਚਨਾਂ ਨੂੰ ਮੰਨਾਂਗੇ, ਕਮਾਵਾਂਗੇ, ਫਿਰ ਅਸੀਂ ਇਹ ਭਵ ਸਾਗਰ ਤੋਂ ਪਾਰ ਹੋ ਜਾਵਾਂਗੇ। ਹੁਣ ਕਹਿੰਦੇ ਤਾਂ ਸਾਨੂੰ ਸਾਰਿਆਂ ਨੂੰ ਹੀ ਸੰਤ ਨੇ, ਕਿਉਂਕਿ ਅਸੀਂ ਸਾਰੇ ਅਕਾਲ ਪੁਰਖ ਦੇ ਬੱਚੇ, ਸਾਡੇ ਮਨਾਂ ਨੂੰ ਸੰਤ ਕਹਿ ਕੇ ਸੰਬੋਧਨ ਕਰਦੇ। ਮਹਾਰਾਜ ਕਹਿੰਦੇ ਸੰਤੋ ਸਾਗਰ ਪਾਰ ਉਤਰੀਏ।
ਬਈ ਸੰਤ ਜਨੋ, ਇਹ ਸਾਗਰ ਨੂੰ, ਭਵ ਸਾਗਰ ਨੂੰ ਤੁਸੀਂ ਪਾਰ ਕਰ ਸਕਦੇ। ਕਿਵੇਂ? ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸ਼ਾਦੀ ਤਰੀਏ। ਵੀ ਜੇ ਅਸੀਂ ਉਹਨਾਂ ਸੰਤਾਂ ਦਾ ਬਚਨ ਕਮਾਈਏ, ਉਹਨਾਂ ਦੇ ਆਖੇ ਲੱਗੀਏ, ਉਹਨਾਂ ਦਾ ਕਹਿਣਾ ਮੰਨੀਏ, ਤੇ ਅਸੀਂ ਤਰ ਜਾਂਦੇ। ਹੁਣ ਉਹ ਆਪਾਂ ਨੂੰ ਕਹਿੰਦੇ ਕੀ, ਫਿਰ ਸਮਝਾਉਂਦੇ ਕੀ ਨੇ? ਉਹ ਕਿਹੜੇ ਬਚਨ ਅਸੀਂ ਉਹਨਾਂ ਦੇ ਮੰਨਣੇ? ਉਹ ਸਾਨੂੰ ਫਿਰ ਇਹ ਵੈਰ ਵਿਰੋਧ ਵਾਲਾ ਰਸਤਾ ਛਡਾ ਕੇ ਉਹ ਸਾਨੂੰ ਸੰਤ ਮਾਰਗ 'ਤੇ ਤੋਰਦੀ। ਜਿਹੜੇ ਮਾਰਗ 'ਤੇ ਉਹ ਆਪ ਚੱਲੇ, ਚੱਲ ਕੇ ਉਹਨਾਂ ਦਾ ਪਰਮਾਤਮਾ ਨਾਲ ਮਿਲਾਪ ਹੋਇਆ, ਉਹ ਸਾਨੂੰ ਵੀ ਕਹਿੰਦੇ ਵੀ ਇਸੇ ਮਾਰਗ 'ਤੇ ਤੁਸੀਂ ਚੱਲੋ। ਵੀ ਇਹ ਜਿਹੜਾ ਵੈਰ ਵਿਰੋਧ ਵਾਲਾ ਰਸਤਾ, ਇਹਨੂੰ ਛੱਡ ਦਿਓ। ਵੀ ਇਹ ਧਾਤ ਦਾ ਰਸਤਾ, ਇਹ ਮਨਮੁਖਾਂ ਦਾ ਰਸਤਾ, ਇਹ ਸਾਡੇ ਘਰ ਨੂੰ ਵਾਪਸ ਨਹੀਂ ਜਾਂਦਾ। ਇਹਦੇ 'ਤੇ ਚੱਲ ਕੇ ਪਰਮਾਤਮਾ ਨਾਲ ਮਿਲਾਪ ਨਹੀਂ ਹੋ ਸਕਦਾ। ਉਹ ਸਾਨੂੰ ਫਿਰ ਕਹਿੰਦੇ ਵੀ ਤੁਸੀਂ ਸੰਤ ਮਾਰਗ 'ਤੇ ਚੱਲੋ। ਅਤੇ ਇਸ ਮਾਰਗ 'ਤੇ ਚੱਲਣ ਵਾਸਤੇ ਉਹ ਕਹਿੰਦੇ ਸਿਮਰਨ ਕਰੋ। ਅਤੇ ਨਾਲ ਨਾਲ ਫਿਰ ਸਾਨੂੰ ਜੋ ਗਿਆਨ ਦਿੰਦੇ, ਸਾਨੂੰ ਰਹਿਤਾਂ ਦੱਸਦੇ ਵੀ ਆਹ ਰਹਿਤਾਂ ਰੱਖੋ, ਵੀ ਕਿਸੇ ਨਾਲ ਵੈਰ ਵਿਰੋਧ ਨਾ ਕਰੋ, ਕਿਸੇ ਦੀ ਨਿੰਦਿਆ ਨਾ ਕਰੋ, ਨਾ ਸੁਣੋ, ਹਉਮੈ ਤੋਂ ਮਨ ਨੂੰ ਰਹਿਤ ਰੱਖੋ, ਲੋਕ ਲੱਜਾ ਤੋਂ ਉੱਪਰ ਉੱਠੋ। ਇਹ ਜਦੋਂ ਅਸੀਂ ਉਹਨਾਂ ਦੇ ਬਚਨ ਮੰਨਦੇ ਅਤੇ ਫਿਰ ਅਸੀਂ ਭਵ ਸਾਗਰ ਤੋਂ ਪਾਰ ਹੋ ਜਾਂਦੇ। ਜੇ ਹੁਣ ਅਸੀਂ ਉਹਨਾਂ ਦਾ ਬਚਨ ਨਹੀਂ ਮੰਨਾਂਗੇ, ਹੁਣ ਉਹ ਸਾਨੂੰ ਕਹਿੰਦੇ ਵੀ ਕਿਸੇ ਦੀ ਨਿੰਦਿਆ ਨਾ ਕਰੋ, ਅਤੇ ਅਸੀਂ ਨਿੰਦਿਆ ਛੱਡਦੇ ਨਹੀਂ, ਅਤੇ ਫਿਰ ਅਸੀਂ ਉਹਨਾਂ ਦਾ ਬਚਨ ਥੋੜ੍ਹੀ ਮੰਨਦੇ। ਉਹ ਸਾਨੂੰ ਕਹਿਣ ਵੀ ਕਿਸੇ ਨਾਲ ਵੈਰ ਵਿਰੋਧ ਨਾ ਕਰੋ, ਅਤੇ ਅਸੀਂ ਵੈਰ ਵਿਰੋਧ ਕਰੀ ਜਾਂਦੇ। ਉਹ ਸਾਨੂੰ ਕਹਿਣ ਵੀ ਲੋਕ ਲੱਜਾ ਤੋਂ ਉੱਪਰ ਉੱਠ ਕੇ ਸਿਮਰਨ ਕਰੋ, ਅਤੇ ਜਿੱਥੇ ਬਹਿੰਦੇ ਹੋ ਪਰਮਾਤਮਾ ਦੀ ਵਿਚਾਰ ਕਰੋ, ਅਤੇ ਅਸੀਂ ਉਹਨਾਂ ਦਾ ਵਚਨ ਮੰਨੀਏ ਕੋਈ ਨਾ। ਅਸੀਂ ਜਿੱਥੇ ਇਕੱਠੇ ਹੋਈਏ, ਅਸੀਂ ਕਰੀਏ ਨਿੰਦਿਆ ਚੁਗਲੀ, ਅਸੀਂ ਕਰੀਏ ਵੈਰ ਵਿਰੋਧ ਦੀ ਗੱਲ, ਅਸੀਂ ਫਰੋਲੀਏ ਦੂਜਿਆਂ ਦੇ ਔਗਣ, ਅਤੇ ਫਿਰ ਅਸੀਂ ਆਖੀਏ ਵੀ ਅਸੀਂ ਗੁਰਬਾਣੀ ਨੂੰ ਗੁਰੂ ਮੰਨਦੇ ਹਾਂ ਜੀ। ਗੁਰੂ ਜੋ ਸਾਨੂੰ ਕਹਿ ਰਹੇ ਅਸੀਂ ਉਹ ਤਾਂ ਮੰਨਦੇ ਨਹੀਂ। ਗੁਰੂ ਤਾਂ ਸਾਨੂੰ ਇਹ ਸਾਰਾ ਕੁਝ ਛੱਡਣ ਨੂੰ ਕਹਿ ਰਹੇ ਵੀ ਵੈਰ ਵਿਰੋਧ ਛੱਡੋ, ਕਿਸੇ ਦੇ ਔਗਣ ਨਾ ਫਰੋਲੋ, ਕਿਸੇ ਦੇ ਔਗਣ ਨਾ ਦੇਖੋ, ਔਗਣਾਂ ਦੀ ਸਾਂਝ ਨਾ ਪਾਓ, ਗੁਣਾਂ ਦੀ ਸਾਂਝ ਪਾਓ। ਔਰ ਇਸ ਵਾਸਤੇ ਫਿਰ ਸੰਤ ਮਾਰਗ 'ਤੇ ਚੱਲਣ ਵਾਸਤੇ ਸਾਨੂੰ ਇਹ ਬਚਨ ਮੰਨਣਾ ਪੈਂਦਾ। ਜਦੋਂ ਅਸੀਂ ਬਚਨ ਮੰਨਾਂਗੇ ਫਿਰ ਅਸੀਂ ਤਰਾਂਗੇ। ਜੇ ਹੁਣ ਅਸੀਂ ਬਚਨ ਨਹੀਂ ਮੰਨਦੇ ਅਤੇ ਫਿਰ ਅਸੀਂ ਆਖੀਏ ਵੀ ਸਾਡੀ ਕੋਈ ਅਵਸਥਾ ਨਹੀਂ ਬਣਦੀ, ਸਾਡੇ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਸਾਡੇ ਮਨ ਨੂੰ ਕਲਪਨਾ ਲੱਗੀ ਰਹਿੰਦੀ। ਉਹ ਕਲਪਨਾ ਤਾਂ ਲੱਗੇਗੀ, ਸਾਡੇ ਮਨ ਨੂੰ ਫਿਰ ਸੁੱਖ ਨਹੀਂ ਮਿਲਣਾ, ਕਿਉਂਕਿ ਅਸੀਂ ਉਹ ਰਸਤਾ ਹੀ ਜਿਹੜਾ ਧਾਤ ਦਾ ਫੜਿਆ ਹੋਇਆ ਵੈਰ ਵਿਰੋਧ ਵਾਲਾ, ਉਹਦੇ 'ਤੇ ਚੱਲਦੇ ਹੋਏ ਮਨ ਨੂੰ ਸੁੱਖ ਮਿਲਦਾ ਕੋਈ ਨਹੀਂ, ਮਨ ਨੂੰ ਸ਼ਾਂਤੀ ਆਉਂਦੀ ਕੋਈ ਨਹੀਂ। ਇਸ ਵਾਸਤੇ ਫਿਰ ਸਾਨੂੰ ਕਹਿੰਦੇ ਵੀ ਜੇ ਅਸੀਂ ਬਚਨ ਮੰਨਾਂਗੇ ਅਤੇ ਫਿਰ ਅਸੀਂ ਤਰਾਂਗੇ। ਭਾਈਓ ਫਿਰ ਜੋ ਸਾਨੂੰ ਗੁਰਬਾਣੀ ਗੁਰੂ ਬਚਨ ਕਰਦੇ, ਉਹਨਾਂ ਬਚਨਾਂ ਨੂੰ ਅਸੀਂ ਮੰਨਣਾ ਹੁੰਦਾ। ਮਹਾਰਾਜ ਕਹਿੰਦੇ ਉਹਨਾਂ ਬਚਨਾਂ ਨੂੰ ਅਸੀਂ ਹਿਰਦੇ 'ਚ ਵਸਾਉਣਾ, ਉਹਨੂੰ ਪੱਲੇ ਨਾਲ ਬੰਨ੍ਹਣਾ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਬਚਨ ਗੁਰੂ ਜੋ ਪੂਰੇ ਕਹਿਓ ਮੈਂ ਛੀਕ ਗਾਠਰੀ ਵੱਧ। ਬਈ ਜੋ ਮੈਨੂੰ ਪੂਰੇ ਗੁਰੂ ਨੇ ਬਚਨ ਆਖੇ, ਮੈਂ ਉਹਨਾਂ ਬਚਨਾਂ ਨੂੰ ਆਪਣੇ ਹਿਰਦੇ 'ਚ ਵਸਾ ਲਿਆ, ਉਹਨਾਂ ਬਚਨਾਂ ਨੂੰ ਪੱਲੇ ਨਾਲ ਬੰਨ੍ਹ ਲਈ। ਜਦੋਂ ਮੈਂ ਉਹਨਾਂ ਬਚਨਾਂ ਨੂੰ ਕਮਾਵਾਂਗਾ, ਮੰਨਾਂਗਾ, ਅਤੇ ਫਿਰ ਮਾਲਕ ਦੀ ਕਿਰਪਾ ਹੋਏਗੀ। ਇਹ ਹੋ ਹੀ ਨਹੀਂ ਸਕਦਾ ਵੀ ਅਸੀਂ ਗੁਰਬਾਣੀ ਗੁਰੂ ਦਾ ਬਚਨ ਮੰਨੀਏ ਅਤੇ ਸਾਡੇ ਮਨ ਦੇ ਵਿੱਚ ਬਦਲਾਅ ਨਾ ਆਵੇ, ਸਾਡੇ ਮਨ ਨੂੰ ਸੁੱਖ ਨਾ ਮਿਲੇ, ਇਹਨੂੰ ਸ਼ਾਂਤੀ ਨਾ ਆਵੇ। ਤਾਂ ਫਿਰ ਸਾਨੂੰ ਕਹਿੰਦੇ ਬਈ ਸਤ ਸੰਗਤ ਦੇ ਵਿੱਚ ਆ ਕੇ ਉਹਨਾਂ ਗੁਰਮੁਖਾਂ ਦਾ ਜਿਹੜੇ ਪ੍ਰਵਾਨ ਹੋ ਗਏ, ਉਹਨਾਂ ਦਾ ਸੰਗ ਕਰਕੇ ਫਿਰ ਅਸੀਂ ਤਰਦੇ ਹਾਂ, ਕਿਉਂਕਿ ਫਿਰ ਸਾਨੂੰ ਗਿਆਨ ਹੁੰਦਾ। ਪਹਿਲਾਂ ਤਾਂ ਸਾਨੂੰ ਇਹ ਗਿਆਨ ਵੀ ਨਹੀਂ ਹੁੰਦਾ ਵੀ ਅਸੀਂ ਵੈਰ ਵਿਰੋਧ ਛੱਡਣਾ।
ਵੀ ਇਹ ਨਿੰਦਿਆ ਚੁਗਲੀ ਮਾੜੀ ਹੈ, ਇਹਨੂੰ ਅਸੀਂ ਛੱਡਣਾ ਹੈ। ਇਹ ਤਾਂ ਸਾਨੂੰ ਪਹਿਲਾਂ ਪਤਾ ਹੀ ਨਹੀਂ ਹੁੰਦਾ ਵੀ ਇਹ ਅਸੀਂ ਰੀਤਾਂ ਵੀ ਰੱਖਣੀ। ਇਹ ਤਾਂ ਜਦੋਂ ਆਪਾਂ ਉਹਨਾਂ ਗੁਰਮੁਖਾਂ ਦਾ ਸੰਗ ਕਰਦੇ, ਉਹ ਆਪਾਂ ਨੂੰ ਦ੍ਰਿੜ ਕਰਾਉਂਦੇ, ਉਹ ਆਪਾਂ ਨੂੰ ਦੱਸਦੇ ਵੀ ਇਹ ਚੀਜ਼ਾਂ ਛੱਡਣੀਆਂ। ਵੀ ਇਹਨਾਂ ਕਰਕੇ ਹੀ ਅਸੀਂ ਵਾਰ-ਵਾਰ ਜੂਨਾਂ ਦੇ ਵਿੱਚ ਜਾਂਦੇ। ਵੀ ਅਸੀਂ ਜਦੋਂ ਦੁਬਦਾ ਦੇ ਵਿੱਚ ਪੈਂਦੇ ਹਾਂ, ਫਿਰ ਅਸੀਂ ਇਹ ਜੀਵਨ ਦੀ ਬਾਜੀ ਨੂੰ ਹਾਰਦੇ। ਜਨਮ ਪਦਾਰਥ ਦੁਬਦਾ ਖੋਵੇ, ਆਵ ਨ ਚੀਨਸ ਭਰਮ ਭਰਮ ਰੋਵੇ। ਵੀ ਜੇ ਅਸੀਂ ਦੁਬਦਾ ਵੈਰ ਵਿਰੋਧ 'ਚ ਹੀ ਪਏ ਰਹੇ, ਫਿਰ ਅਸੀਂ ਆਪਦੇ ਆਪੇ ਦੀ ਪਹਿਚਾਣ ਨਹੀਂ ਕਰ ਸਕਦੇ। ਸਾਨੂੰ ਸੋਝੀ ਨਹੀਂ ਆਉਣੀ ਆਪਣੇ ਆਪੇ ਦੀ, ਸਾਨੂੰ ਭੇਦ ਨਹੀਂ ਆਉਣਾ ਆਪਣੇ ਆਪੇ ਦਾ, ਅਤੇ ਉੱਧਰੋਂ ਸਾਡਾ ਸਮਾਂ ਖਤਮ ਹੋ ਜਾਣਾ। ਜੇ ਅਸੀਂ ਆਪਣੇ ਆਪੇ ਦੀ ਸੋਝੀ ਨਾ ਲਈ, ਜੇ ਅਸੀਂ ਉਹ ਆਤਮ ਰਸ ਦੀ ਪਹਿਚਾਣ ਨਾ ਕੀਤੀ, ਫਿਰ ਤਾਂ ਅਸੀਂ ਜਮਾਂ ਦੇ ਬਸ ਅਸੀਂ ਜੂਨਾਂ 'ਚ ਚਲੇ ਜਾਣਾ। ਭਾਈਆਂ ਮਾਰੇ ਸਾਨੂੰ ਰੋਜ਼ ਸਮਝਾਉਂਦੇ, ਜਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ। ਵੀ ਜਿਨ੍ਹਾਂ ਨੂੰ ਇਹ ਰਸ ਨਹੀਂ ਆਇਆ, ਉਹ ਭਾਗਾਂ ਤੋਂ ਹੀਣੇ ਨੇ, ਜਮਾਂ ਦੇ ਵਸ ਨੇ ਉਹ। ਇਸ ਵਾਸਤੇ ਫਿਰ ਸਾਨੂੰ ਸਮਝਾਉਂਦੇ ਵੀ ਜਿਹੜੇ ਗੁਰਮੁਖ ਪ੍ਰਵਾਨ ਹੋਏ, ਵੀ ਜਿਨ੍ਹਾਂ ਨੇ ਇਹ ਆਤਮ ਰਸ ਦੀ ਨਾਮ ਦੀ ਪ੍ਰਾਪਤੀ ਕਰ ਲਈ, ਉਹ ਫਿਰ ਜਦੋਂ ਮਾਲਕ ਦੀ ਉਸਤਤ ਅਤੇ ਨਾਮ ਦੀ ਮਹਿਮਾ ਕਰਦੇ, ਉਹ ਥਾਂ ਪਵਿੱਤਰ ਹੋ ਜਾਂਦੀ, ਉਹ ਧਰਤੀ ਪਵਿੱਤਰ ਹੋ ਜਾਂਦੀ। ਜਿੱਥੇ ਹੁਣ ਇਹ ਤੀਰਥ ਸਥਾਨ ਬਣੇ ਨੇ, ਜਿਵੇਂ ਜਿੱਥੇ ਭਗਤ ਰਹੇ, ਗੁਰੂ ਸਾਹਿਬ ਰਹੇ, ਜਿੱਥੇ ਬੈਠ ਕੇ ਉਹਨਾਂ ਨੇ ਮਾਲਕ ਦੀ ਉਸਤਤ ਵਡਿਆਈ ਕੀਤੀ, ਉਹ ਥਾਂ ਪਵਿੱਤਰ ਹੋ ਜਾਂਦੀ। ਅਤੇ ਉਹ ਥਾਂ ਜਦੋਂ ਪਵਿੱਤਰ ਹੁੰਦੀ, ਉੱਥੇ ਤੀਰਥ ਸਥਾਨ ਬਣ ਜਾਂਦਾ, ਉੱਥੇ ਤੀਰਥ ਬਣ ਜਾਂਦੇ। ਜਦੋਂ ਉੱਥੇ ਫਿਰ ਜੀਵ ਜਾਂਦੇ, ਉਹਨਾਂ ਦੇ ਮਨਾਂ ਨੂੰ ਉੱਥੇ ਜਾ ਕੇ ਸ਼ਾਂਤੀ ਆਉਂਦੀ, ਕਿਉਂਕਿ ਉਹ ਥਾਂ ਪਵਿੱਤਰ ਹੋਈ ਹੈ। ਉੱਥੇ ਪਰਮਾਤਮਾ ਦੇ ਦਾਸ ਨੇ ਬੈਠ ਕੇ ਮਾਲਕ ਦੀ ਵਡਿਆਈ ਕੀਤੀ, ਮਾਲਕ ਦੀ ਉਸਤਤ ਕੀਤੀ, ਤਾਂ ਉਹ ਜਿਹੜੀ ਥਾਂ ਹੈ, ਉਹ ਧਰਤੀ ਹੈ, ਉਹ ਪਵਿੱਤਰ ਹੋ ਜਾਂਦੀ। ਇਸ ਲਈ ਮਾਰੇ ਕਹਿੰਦੇ, ਜਿੱਥੇ ਉਹ ਗੁਰਮੁਖ ਰਹਿੰਦੇ, ਜਿਨ੍ਹਾਂ ਦੇ ਅੰਦਰ ਨਾਮ ਵਸ ਗਿਆ, ਉਹ ਧਰਤੀ ਪਵਿੱਤਰ, ਉਹ ਥਾਂ ਪਵਿੱਤਰ, ਉਹ ਘਰ ਮੰਦਰ ਬਣ ਜਾਂਦਾ। ਉਹ ਗੁਰਮੁਖਾਂ ਦਾ ਮਨ ਪਵਿੱਤਰ, ਉਹਨਾਂ ਦਾ ਤਨ ਪਵਿੱਤਰ। ਇਹ ਸਾਰੀ ਮਹਿਮਾ ਨਾਮ ਦੀ, ਵੀ ਜਿਹਦੀ ਪ੍ਰਾਪਤੀ ਦੇ ਨਾਲ ਸਾਡਾ ਸਾਰਾ ਕੁਛ ਹੀ ਪਵਿੱਤਰ ਹੋ ਜਾਣਾ। ਮਾਰੇ ਫਰਮਾਉਂਦੇ, ਸੋ ਸੱਚ ਮੰਦਰ ਜਿਤ ਸੱਚ ਤੇ ਆਈਏ, ਸੋ ਰਿਦਾ ਸਹੇਲਾ ਜਿਤ ਹਰ ਗੁਣ ਗਾਈਏ। ਸਾ ਧਰਤ ਸੁਹਾਵੀ ਜਿੱਥੇ ਵਸੇ ਹਰ ਜਨ, ਸੱਚੇ ਨਾਮ ਬਿਟੋਂ ਕਰਵਾਣ ਜੀਓ। ਮਾਰੇ ਕਹਿੰਦੇ ਵੀ ਅਸੀਂ ਕਰਵਾਣ ਜਾਂਦੇ ਉਹ ਨਾਮ ਤੋਂ, ਅਤੇ ਉਹਨਾਂ ਗੁਰਮੁਖਾਂ ਤੋਂ ਜਿਨ੍ਹਾਂ ਦੇ ਅੰਦਰ ਨਾਮ ਵਸੇ। ਬਈ ਉਹ ਗੁਰਮੁਖ ਜਿੱਥੇ ਰਹਿੰਦੇ, ਉਹ ਸਾਰਾ ਕੁਛ ਹੀ ਪਵਿੱਤਰ ਹੋ ਜਾਂਦਾ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ, ਜਦੋਂ ਅਸੀਂ ਉਹਨਾਂ ਦਾ ਸੰਗ ਕਰਾਂਗੇ, ਅਤੇ ਸਾਡਾ ਮਨ ਵੀ ਪਵਿੱਤਰ ਹੋ ਜਾਏਗਾ। ਤਾਂ ਮਾਰੇ ਕਹਿੰਦੇ ਵੀ ਜਿਹੜੇ ਹਰੀ ਦੇ ਸੰਤ ਨੇ, ਉਹਨਾਂ ਦਾ ਸੰਗ ਕਰਕੇ ਸਾਡੇ ਮਨ ਤੋਂ ਇਸ ਤਰ੍ਹਾਂ ਮੈਲ ਲੈਂਦੀ, ਜਿਵੇਂ ਕੱਪੜੇ ਨੂੰ ਸਾਬਣ ਦੇ ਨਾਲ ਧੋ ਕੇ ਕੱਪੜੇ ਦੇ ਵਿੱਚੋਂ ਮੈਲ ਨਿਕਲ ਜਾਂਦੀ। ਮਾਰੇ ਕਹਿੰਦੇ, ਹਰ ਕੇ ਸੰਤ ਸੰਤ ਭਲ ਨੀਕੇ, ਮੈਲ ਸੰਤ ਜਨਾ ਮਲ ਲਹੀਏ। ਹਉਮੈ ਦੁਰਤ ਗਈ ਸਭ ਨਿਕਰ, ਜਿਉਂ ਕਾਪੜ ਸਾਬਣ ਕਰਿਆ। ਬਈ ਜਿਹੜੀ ਸਾਡੇ ਮਨ 'ਤੇ ਹਉਮੈ ਦੀ ਦੁਰਮਤ ਦੀ ਮੈਲ ਲੱਗੀ ਹੁੰਦੀ, ਉਹ ਉਹਨਾਂ ਗੁਰਮੁਖਾਂ ਦਾ ਸੰਗ ਕਰਕੇ ਇਹ ਸਾਡੇ ਮਨ ਤੋਂ ਮੈਲ ਉਤਰਦੀ। ਜਿਵੇਂ ਮਹਾਰਾਜ ਕਹਿੰਦੇ ਵੀ ਹੰਸ ਜਲ ਅਤੇ ਦੁੱਧ ਨੂੰ ਭਿੰਨ ਭਿੰਨ ਕਰ ਦਿੰਦਾ, ਅੱਡੋ ਅੱਡ ਕਰ ਦਿੰਦਾ, ਇਸੇ ਤਰ੍ਹਾਂ ਹੀ ਸਾਧੂ ਜਨ ਹਉਮੈ ਨੂੰ ਇਸ ਸਰੀਰ ਦੇ ਵਿੱਚੋਂ ਕੱਢ ਕੇ ਵੱਖ ਕਰ ਦਿੰਦੇ। ਜਿਉਂ ਜਲ ਦੁੱਧ ਭਿੰਨ ਭਿੰਨ ਕਾਢੇ ਚੁਣ ਹੰਸਲ, ਤੇ ਉਹ ਇਸ ਦੇਹੀ ਤੇ ਚੁਣ ਕਾਢੇ ਸਾਧੂ ਹਉਮੈ ਤਾਤ। ਬਈ ਜਿਹੜੀ ਸਾਡੇ ਅੰਦਰ
ਇਹ ਹਉਮੈ ਹੁੰਦੀ, ਜਿਹੜਾ ਹੰਕਾਰ ਹੁੰਦਾ, ਜਿਹੜੀ ਪਰਾਈ ਤਾਤ ਹੁੰਦੀ, ਜਿਹੜੇ ਸਾਡੇ ਅੰਦਰ ਦੁਬਦਾ ਹੁੰਦੀ, ਉਹ ਸਾਡੇ ਅੰਦਰੋਂ ਸਾਧੂ ਜਨਾਂ ਦਾ ਸੰਗ ਕਰਕੇ ਉਹ ਨਿਕਲ ਜਾਂਦੀ। ਇਸ ਲਈ ਮਾਰੇ ਕਹਿੰਦੇ, ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਨਾ ਕੋ ਬੈਰੀ ਨਾ ਹੀ ਬਗਾਨਾ, ਸਗਲ ਸੰਗ ਹਮ ਕੋ ਬਣਾਈ। ਬਈ ਜਦੋਂ ਆਪਾਂ ਸੰਗ ਕਰਦੇ ਹਾਂ ਗੁਰਮੁਖਾਂ ਦਾ, ਸਾਧ ਸੰਗਤ ਕਰਦੇ ਹਾਂ, ਜਿਹੜੀ ਸਾਡੇ ਅੰਦਰ ਇਹ ਦੁਬਦਾ ਹੁੰਦੀ, ਇਹ ਦੁਬਦਾ ਖਤਮ ਹੋ ਜਾਂਦੀ। ਅਤੇ ਫਿਰ ਕੋਈ ਪਰਾਇਆ, ਕੋਈ ਬੇਗਾਨਾ ਰਹਿੰਦਾ ਹੀ ਨਹੀਂ। ਸਾਨੂੰ ਇਹ ਭੇਤ ਆ ਜਾਂਦਾ ਵੀ ਸਾਰੇ ਪਰਮਾਤਮਾ ਦਾ ਰੂਪ ਨੇ। ਫਿਰ ਤਾਂ ਸਭ ਤੋਂ ਵੱਧ ਸਤਿਕਾਰ ਹੈ, ਫਿਰ ਪਿਆਰ ਹੈ। ਬਈ ਮਾਲਕ ਸਾਹਮਣੇ ਨਿਰਗੁਣ ਰੂਪ ਸਵਾਸਦੇ ਰਿਹਾ, ਉਹਨੂੰ ਵੀ ਨਮਸਕਾਰ ਹੈ। ਅਤੇ ਸਰਗੁਣ ਰੂਪ 'ਚ ਜਦੋਂ ਸਾਹਮਣੇ ਆਉਂਦਾ, ਉਹਨੂੰ ਵੀ ਨਮਸਕਾਰ। ਇਸ ਲਈ ਫਿਰ ਜਿਹੜਾ ਮਨ ਜਾਗ ਪਿਆ, ਉਹਦੀ ਇਹ ਨਿਸ਼ਾਨੀ ਹੈ। ਔਰ ਧਾਰੇ ਜੋ ਅੰਤਰ ਨਾਮ, ਸਰ ਮੈਂ ਪੇਖੇ ਭਗਵਾਨ। ਨੈਮਖ ਨੈਮਖ ਠਾਕਰ ਨਮਸਕਾਰੇ, ਨਾਨਕ ਅਪਰ ਸਗਲ ਨਿਸਤਾਰੇ। ਬਈ ਜਦੋਂ ਮਨ ਜਾਗ ਪਿਆ, ਅਤੇ ਉਦੋਂ ਫਿਰ ਇਹਦੇ ਅੰਦਰੋਂ ਇਹ ਪਰਾਈ ਦਾਤ ਖਤਮ ਹੋ ਗਈ। ਅਤੇ ਫਿਰ ਤਾਂ ਸਾਰੇ ਬ੍ਰਹਮ ਹੀ ਬ੍ਰਹਮ ਰਹਿ ਗਏ, ਪਰਮਾਤਮਾ ਹੀ ਪਰਮਾਤਮਾ। ਜਿਵੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸਮਝਾਉਂਦੇ, ਕਹਿੰਦੇ ਵੀ ਤੁਹਾਨੂੰ ਇੱਕ ਗੱਲ ਦੱਸਦੇ, ਅਚਰਜ ਹੈਰਾਨ ਕਰ ਦੇਣ ਵਾਲੀ। ਬਈ ਜਦੋਂ ਸਾਡਾ ਗੁਰੂ ਨੇ ਭਰਮ ਦਾ ਪਰਦਾ ਪਾਸੇ ਕੀਤਾ, ਅਤੇ ਉਦੋਂ ਸਾਡੇ ਅੰਦਰੋਂ ਇਹ ਸਾਰੀ ਪਰਾਈ ਤਾਤ ਖਤਮ ਹੋ ਗਈ। ਅਤੇ ਦੇਖਿਆ ਵੀ ਇਹ ਤਾਂ ਸਾਰਾ ਪਰਮਾਤਮਾ ਹੀ ਹੈ, ਮਾਲਕ ਹੀ ਮਾਲਕ। ਮਹਾਰਾਜ ਕਹਿੰਦੇ, ਅਚਰਜ ਏਕ ਸੁਨੋਰੇ ਭਾਈ, ਗੁਰ ਐਸੀ ਬੂਝ ਬੁਝਾਈ। ਲਾਹ ਪੜਦਾ ਠਾਕਰ ਜੋ ਭੇਟਿਓ, ਤੋਂ ਵਿਸਰੀ ਤਾਤ ਪਰਾਈ। ਬਈ ਜਦੋਂ ਪੜਦਾ ਲਾ ਕੇ ਦੇਖਿਆ ਮਾਲਕ ਨੂੰ, ਅਤੇ ਫਿਰ ਪਤਾ ਲੱਗਿਆ ਵੀ ਤਾਂ ਦੂਜਾ ਹੋਰ ਕੋਈ ਹੈ ਹੀ ਨਹੀਂ, ਇਹ ਤਾਂ ਸਾਰੇ ਪਰਮਾਤਮਾ ਹੀ ਪਰਮਾਤਮਾ ਹੈ। ਬਾਹਰ ਵੀ ਚਾਰ ਚੁਫੇਰੇ ਉਹੀ ਹੋਏ, ਅਤੇ ਅੰਦਰ ਵੀ ਉਹੀ ਹੋਏ। ਅਤੇ ਇਸ ਅਵਸਥਾ 'ਚ ਫਿਰ ਮਹਾਰਾਜ ਕਹਿੰਦੇ ਵੀ ਜਿਹੜੀ ਪਰਾਈ ਤਾਤ ਸੀ ਉਹ ਖਤਮ ਹੋ ਗਈ। ਅਤੇ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਉਹ ਅਵਸਥਾ ਜਿਹੜੇ ਗੁਰਮੁਖਾਂ ਦੀ ਬਣ ਗਈ, ਜਦੋਂ ਫਿਰ ਆਪਾਂ ਉਹਨਾਂ ਦਾ ਸੰਗ ਕਰਦੇ ਹਾਂ, ਫਿਰ ਆਪਾਂ ਉਹਨਾਂ ਤੋਂ ਪੁੱਛਦੇ ਹਾਂ, ਫਿਰ ਉਹ ਆਪਾਂ ਨੂੰ ਉਹ ਆਪਦੀ ਅਵਸਥਾ ਦੱਸਦੇ ਵੀ ਉਹ ਅਵਸਥਾ ਉਹਨਾਂ ਦੀ ਕਿਵੇਂ ਬਣੀ, ਕਿਵੇਂ ਉਹ ਇਸ ਮਾਰਗ ਦੇ ਉੱਤੇ ਚੱਲੇ, ਉਹਨਾਂ ਨੇ ਐਸਾ ਕੀ ਕੀਤਾ ਵੀ ਜਿਹੜਾ ਉਹਨਾਂ ਦੇ ਅੰਦਰੋਂ ਇਹ ਪਰਾਈ ਤਾਤ ਸਾਰੀ ਖਤਮ ਹੋ ਗਈ, ਅਤੇ ਉਹਨਾਂ ਨੂੰ ਸਾਰੇ ਬ੍ਰਹਮ ਹੀ ਬ੍ਰਹਮ ਨਜ਼ਰ ਆਉਣ ਲੱਗ ਗਏ। ਉਹ ਫਿਰ ਆਪਾਂ ਨੂੰ ਦੱਸਦੇ ਸਾਰੀ ਆਪਣੀ ਹੱਡ ਬੀਤੀ। ਇਸ ਕਰਕੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਦੋਂ ਫਿਰ ਆਪਾਂ ਉਹ ਕਹਾਣੀ ਸੁਣਦੇ, ਜਿਹਨੂੰ ਗੁਰਬਾਣੀ 'ਚ ਫਿਰ ਅਕਥ ਕਹਾਣੀ ਕਹਿੰਦੇ, ਪ੍ਰੇਮ ਕਹਾਣੀ ਕਹਿੰਦੇ, ਪ੍ਰੇਮ ਕਥਾ ਕਹਿੰਦੇ, ਜਿਹਨੂੰ ਮਹਾਰਾਜ ਕਹਿੰਦੇ ਅਕਥ ਕਹਾਣੀ ਪ੍ਰੇਮ ਕੀ, ਕੋ ਪ੍ਰੀਤਮ ਆਖੀ ਆਏ। ਉਹ ਪ੍ਰੇਮ ਦੀ ਕਹਾਣੀ ਫਿਰ ਆਪਾਂ ਨੂੰ ਕੌਣ ਸੁਣਾਉਂਦਾ, ਕੌਣ ਦੱਸਦਾ? ਕਿਉਂਕਿ ਜਿਹੜੇ ਆਪ ਇਸ ਮਾਰਗ 'ਤੇ ਚੱਲੇ, ਉਹ ਫਿਰ ਸਾਨੂੰ ਆਪਣੀ ਕਹਾਣੀ ਸੁਣਾਉਂਦੇ ਵੀ ਇਸ ਤਰ੍ਹਾਂ ਸਾਡਾ ਪਰਮਾਤਮਾ ਦੇ ਨਾਲ ਪ੍ਰੇਮ ਪਿਆ, ਇਸ ਤਰ੍ਹਾਂ ਉਹਦੇ ਨਾਲ ਪ੍ਰੀਤ ਪਈ। ਉਹ ਸਾਰਾ ਫਿਰ ਸਾਨੂੰ ਵਿਛੋੜੇ ਤੋਂ ਲੈ ਕੇ ਮਿਲਾਪ ਤੱਕ ਦੀ ਕਹਾਣੀ ਉਹ ਸਾਰੀ ਸੁਣਾਈ ਜਾਂਦੇ, ਸਾਰੀ ਦੱਸੀ ਜਾਂਦੀ। ਇਸ ਨੂੰ ਫਿਰ ਕਹਿੰਦੇ ਅਕਥ ਕਹਾਣੀ, ਅਕਥ ਕਥਾ। ਜਿਨ੍ਹਾਂ ਦੇ ਫਿਰ ਪਰਮਾਤਮਾ ਖੁਸ਼ ਹੁੰਦੇ, ਉਹਨਾਂ ਨੂੰ ਫਿਰ ਇਹ ਆਤਮ ਰਸ ਦਾ ਭੇਦ ਦੇ ਕੇ ਉਹਨਾਂ ਨੂੰ ਅੰਮ੍ਰਿਤ ਰਸ ਪਿਆਉਂਦੇ, ਅਤੇ ਉਹਨਾਂ ਨੂੰ ਫਿਰ ਇਹ ਅਕਥ ਕਹਾਣੀ ਸਮਝਾਉਂਦੇ, ਉਹਨਾਂ ਨੂੰ ਭੇਜ ਦਿੰਦੇ ਸਰ। ਮਹਾਰਾਜ ਫਰਮਾਉਂਦੇ, ਜਿਸੇ ਜਗਾਵੇ ਪਿਆਵੇ ਇਹੋ ਰਸ,
ਅਕਥ ਕਥਾ ਤਿੰਨ ਜਾਣੀ, ਵੀ ਉਹਨਾਂ ਨੇ ਅਕਥ ਕਥਾ ਨੂੰ ਜਾਣਿਆ, ਉਹਨਾਂ ਨੇ ਸਮਝਿਆ, ਜਿਹੜੇ ਜਾਗੇ, ਜਿਹੜੇ ਅੰਤਰਮੁਖੀ ਹੋਏ, ਜਿਨ੍ਹਾਂ ਨੇ ਉਹ ਆਤਮ ਰਸ ਦੀ ਪ੍ਰਾਪਤੀ ਕੀਤੀ। ਜਿਹਨੇ ਇਹ ਪ੍ਰਾਪਤੀ ਕਰ ਲਈ ਉਹਨੂੰ ਕਹਿੰਦੇ ਖਾਲਸਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਵੀ ਉਹ ਖਾਲਸੇ ਵਿੱਚ ਅਤੇ ਮੇਰੇ ਵਿੱਚ, ਪਰਮਾਤਮਾ ਵਿੱਚ ਇੱਕ ਰੰਚਕ ਮਾਤਕ ਵੀ ਭੇਦ ਨਹੀਂ ਹੈ। ਆਤਮ ਰਸ ਜਿਹ ਜਾਨਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ। ਵੀ ਉਹ ਖਾਲਸਾ, ਉਹ ਮੇਰਾ ਰੂਪ, ਉਹਦੇ ਅਤੇ ਮੇਰੇ ਵਿੱਚ ਕੋਈ ਫਰਕ ਨਹੀਂ, ਕੋਈ ਅੰਤਰ ਨਹੀਂ। ਜਿਹਨੇ ਆਤਮ ਰਸ ਨੂੰ ਜਾਣ ਲਿਆ, ਜਿਹਨੇ ਭੇਦ ਲੈ ਲਿਆ, ਜਿਹਨੇ ਸੋਝੀ ਲੈ ਲਈ, ਜਿਹੜੀ ਅੰਤਰਮੁਖੀ ਹੋ ਗਈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਸਾਡੇ ਸਾਰਿਆਂ ਦੇ ਜੀਵਨ ਦਾ ਇਹੋ ਮਕਸਦ, ਵੀ ਅਸੀਂ ਆਤਮਾ ਨੂੰ ਮਿਲਣਾ। ਸਾਡਾ ਜਿਹੜਾ ਮਨ ਹੈ ਇੱਧਰ ਆ ਕੇ, ਹੁਣ ਇਹ ਸ਼ਕਤੀ ਘਰ ਆ ਗਿਆ। ਇਹ ਖੇਲ ਹੈ ਸ਼ਿਵ ਅਤੇ ਸ਼ਕਤੀ ਦਾ। ਸ਼ਿਵ ਕਹਿੰਦੇ ਨੇ ਆਤਮਾ ਨੂੰ, ਸਤਿਪੁਰਖ ਵੀ ਕਹਿ ਦਿੱਤਾ, ਆਤਮ ਰਾਮ ਵੀ ਕਹਿ ਦਿੱਤਾ। ਸ਼ਕਤੀ ਕਹਿੰਦੇ ਇੱਧਰ ਮਾਇਆ ਨੂੰ, ਤ੍ਰੈ ਗੁਣਾਂ ਨੂੰ ਸ਼ਕਤ ਕਹਿੰਦੇ। ਹੁਣ ਆਪਣਾ ਜਿਹੜਾ ਇਹ ਖੇਲ, ਅਸੀਂ ਆਉਣੇ ਖੇਲਣ ਵਾਸਤੇ ਪਰਲੋਕ ਦੇ ਵਿੱਚ, ਜਿਹਨੂੰ ਕਹਿੰਦੇ ਇਹ ਆਪਣਾ ਬੇਗਮਪੁਰਾ ਸ਼ਹਿਰ, ਉੱਥੋਂ ਸਾਡਾ ਮਨ ਖੇਲਣ ਵਾਸਤੇ ਆਉਂਦਾ। ਪਹਿਲਾਂ ਸ਼ਿਵ ਘਰ ਆਉਂਦਾ, ਫਿਰ ਅਸੀਂ ਸ਼ਕਤੀ ਘਰ ਆ ਜਾਂਦੇ। ਮਹਾਰਾਜ ਕਹਿੰਦੇ ਚਾਰ ਪਦਾਰਥ ਲੈ ਜਗ ਆਇਆ, ਸ਼ਿਵ ਸ਼ਕਤੀ ਘਰ ਵਾਸਾ ਪਾਇਆ। ਏਕ ਵਸਾਰੇ ਤਾਂ ਪਿੜ ਹਾਰੇ, ਅੰਧਲੇ ਨਾਮ ਵਿਸਾਰਾ ਹੀ। ਹੁਣ ਅਸੀਂ ਆਏ, ਪਹਿਲਾਂ ਮਨ ਆਇਆ ਸ਼ਿਵ ਘਰ, ਅਤੇ ਫਿਰ ਇੱਧਰ ਹੁਣ ਸ਼ਕਤੀ ਘਰ ਆ ਗਿਆ। ਹੁਣ ਸ਼ਕਤੀ ਘਰ ਆ ਕੇ ਮਨ ਸੌਂ ਗਿਆ, ਭਰਮ ਦੇ ਵਿੱਚ ਪੈ ਗਿਆ। ਹੁਣ ਇਹਨੇ ਇੱਥੋਂ ਵਾਪਸ ਸ਼ਿਵ ਘਰ ਜਾਣਾ, ਆਤਮਾ ਨੂੰ ਮਿਲਣਾ। ਜੇ ਤਾਂ ਅਸੀਂ ਆਪਣੇ ਵਾਪਸ ਘਰ ਚਲੇ ਗਏ ਸ਼ਿਵ ਘਰ, ਉੱਥੇ ਜਾ ਕੇ ਸਾਡਾ ਮਨ ਆਤਮ ਰੂਪ ਹੋ ਜਾਂਦਾ, ਅਤੇ ਆਤਮਾ ਦਾ ਅੱਗੇ ਪਰਮਾਤਮਾ ਨਾਲ ਸੰਪਰਕ ਹੈ। ਫਿਰ ਆਤਮਾ ਤੋਂ ਇਹ ਪਰਮਾਤਮਾ ਰੂਪ ਹੋ ਜਾਂਦਾ। ਹੁਣ ਇਹ ਸਾਰਾ ਜਿਹੜਾ ਖੇਲ ਇਹ ਚੱਲਦਾ ਸ਼ਿਵ ਅਤੇ ਸ਼ਕਤੀ ਦਾ। ਮਹਾਰਾਜ ਕਹਿੰਦੇ ਜੈ ਦੇਖਾਂ ਤੈ ਰਬ ਰਹੇ, ਸ਼ਿਵ ਸ਼ਕਤੀ ਕਾ ਮੇਲ, ਤ੍ਰੈ ਗੁਣ ਵੱਧੀ ਦੇਹੁਰੀ, ਜੋ ਜਗ ਆਇਆ ਸੋ ਖੇਲ। ਹੁਣ ਸਾਡਾ ਜਿਹੜਾ ਮਨ ਹੈ ਸ਼ਕਤੀ ਘਰ ਆ ਗਿਆ, ਮਾਇਆ ਘਰ ਆ ਗਿਆ, ਅਤੇ ਹੁਣ ਇਹਨੇ ਇੱਥੋਂ ਵਾਪਸ ਸ਼ਿਵ ਘਰ ਜਾਣਾ। ਜੇ ਤਾਂ ਅਸੀਂ ਸ਼ਿਵ ਘਰ ਚਲੇ ਗਏ ਅਤੇ ਅਸੀਂ ਖੇਲ ਨੂੰ ਜਿੱਤ ਗਏ, ਫਿਰ ਅਸੀਂ ਉਹ ਸ਼ਿਵ ਨੂੰ ਜਾਣ ਲਿਆ, ਉਹ ਆਤਮ ਨੂੰ ਜਾਣ ਲਿਆ, ਸਤਿਪੁਰਖ ਨੂੰ ਜਾਣ ਲਿਆ, ਫਿਰ ਉਹ ਆਤਮ ਰਸ ਨੂੰ ਜਾਣ ਲਿਆ। ਫਿਰ ਉਦੋਂ ਕਹਿੰਦੇ ਵੀ ਖਾਲਸਾ ਹੋ ਗਈ। ਇੱਥੇ ਜਾ ਕੇ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੇਨਤੀ ਕਰਦੇ ਮਾਲਕ ਨੂੰ, ਦੇਸ਼ ਬਾਬਰ ਮੋਹੇ ਹੈ ਸ਼ੁਭ ਕਰਮੰਤੇ ਕਬਹੂ ਨ ਟਰੂ। ਇੱਥੇ ਸ਼ਿਵ ਕਹਿੰਦੇ ਪਰਮਾਤਮਾ ਨੂੰ, ਆਤਮ ਰਾਮ ਨੂੰ ਸ਼ਿਵ ਕਹਿੰਦੇ, ਅਤੇ ਉਹਨਾਂ ਨੂੰ ਮਿਲ ਕੇ ਉਹਨਾਂ ਦੇ ਸਨਮੁਖ ਹੋ ਕੇ ਬੇਨਤੀ ਕਰਤੀ। ਹੁਣ ਮਨ ਨੂੰ ਫਿਰ ਸਮਝਾਉਂਦੇ ਵੀ ਜਦੋਂ ਉੱਥੇ ਚਲਾ ਗਿਆ ਮਨ, ਅਤੇ ਇਹਦਾ ਆਪਣਾ ਆਪਾ ਖਤਮ ਹੋ ਗਿਆ, ਅਤੇ ਉਦੋਂ ਕਹਿੰਦੇ ਇਹ ਮਨ ਸੀ ਜਿਹੜਾ ਆਤਮ ਰੂਪ ਹੋ ਗਿਆ। ਅਸੀਂ ਸ਼ਿਵ ਘਰ ਚਲੇ ਗਏ ਅਤੇ ਖੇਲ ਨੂੰ ਜਿੱਤ ਗਏ। ਜੇ ਹੁਣ ਅਸੀਂ ਸ਼ਕਤੀ ਘਰ ਹੀ ਰਹਿੰਦੇ ਹਾਂ ਅਤੇ ਅਸੀਂ ਇਹ ਖੇਲ ਨੂੰ ਹਾਰ ਜਾਂਦੇ। ਹੁਣ ਆਪਾਂ ਨੂੰ ਫਿਰ ਇਹੋ ਸਮਝਾਇਆ ਵੀ ਤੁਸੀਂ ਵਾਪਸ ਸ਼ਿਵ ਘਰ ਜਾਵੋ। ਹੁਣ ਉਹ ਘਰ ਦੇ ਵਿੱਚ ਜਾਣ ਵਾਸਤੇ ਅੱਗੇ ਜਿਹੜੀ ਦੀਵਾਰ ਖੜ੍ਹੀ ਹੈ, ਉਹ ਕੂੜ ਦੀ ਬਾਲ, ਉਹਨੇ ਵਿਚਾਰ ਫੁਰਨੇ। ਉਹ ਹੈ ਸਾਡੀ ਆਪਣੀ ਮੱਤ, ਸਾਡੀ ਸੋਚ, ਸਾਡੀ ਸਿਆਣਪ। ਇਹ ਸਾਨੂੰ ਵਾਪਸ ਸ਼ਿਵ ਘਰ ਜਾਣ ਨਹੀਂ ਦਿੰਦੀ।
ਹੁਣ ਇਹ ਸਾਡੇ ਵਿੱਚ ਰੁਕਾਵਟ ਬਣ ਗਈ। ਇਹ ਵਿਚਾਰ ਫੁਰਨੇ ਜਿਹੜੇ ਇਹ ਰੁਕਾਵਟ ਹੈ। ਹੁਣ ਇਹਨਾਂ ਦੀਵਾਰ ਨੂੰ ਤੋੜਨ ਵਾਸਤੇ ਫਿਰ ਗੁਰੂ ਦਾ ਸ਼ਬਦ ਜਿਹੜਾ ਇਹ ਬਾਣ ਹੈ। ਜਦੋਂ ਅਸੀਂ ਇਹ ਬਾਣ ਮਾਰਾਂਗੇ ਇਹ ਦੀਵਾਰ ਟੁੱਟ ਜੇਗੀ, ਫਿਰ ਸਾਡੇ ਮਨ ਦਾ ਵਾਸਾ ਉਹ ਸ਼ਿਵਘਰ ਹੋ ਜਾਣਾ, ਨਿਚਲ ਵਸ। ਇਸ ਲਈ ਮਹਾਰਾਜ ਕਹਿੰਦੇ ਗੁਰ ਕੇ ਬਾਣ ਵਜਰ ਕਲ ਛੇਦੀ, ਪ੍ਰਗਟਿਆ ਪਦ ਪ੍ਰਗਾਸਾ ਸਖਤ ਅੰਧੇਰ ਜੇਵੜੀ ਭਰਮ ਚੂਕਾ ਨਿਹਚਲ ਸ਼ਿਵਘਰ ਵਾਸਾ। ਬਈ ਸਾਡੇ ਮਨ ਦਾ ਨਿਹਚਲ ਵਾਸਾ ਸ਼ਿਵਘਰ ਹੋ ਜਾਣਾ ਅਤੇ ਅਸੀਂ ਇਹ ਖੇਲ ਨੂੰ ਜਿੱਤ ਜਾਣਾ। ਅਤੇ ਜੇ ਹੁਣ ਵਿੱਚ ਇਹ ਦੀਵਾਰ ਖੜ੍ਹੀ ਹੈ ਅਤੇ ਅਸੀਂ ਘਰ ਨਹੀਂ ਜਾ ਸਕਦੇ ਜਦ ਤੱਕ ਇਹ ਦੀਵਾਰ ਟੁੱਟਦੀ ਨਹੀਂ। ਹੁਣ ਇਹ ਦੀਵਾਰ ਨੂੰ ਤੋੜਨ ਵਾਸਤੇ ਫਿਰ ਇਹ ਗੁਰੂ ਦਾ ਸ਼ਬਦ ਬਾਣ ਹੈ। ਮਹਾਰਾਜ ਕਹਿੰਦੇ ਵੀ ਇਹ ਬਾਣ ਮਾਰੋ। ਜਿਹੜਾ ਹੁਣ ਆਪਾਂ ਇਹ ਸਿਮਰਨ ਕਰਦੇ ਹਾਂ ਇਹ ਆਪਾਂ ਬਾਣ ਮਾਰਦੇ। ਜਦੋਂ ਇਹ ਬਾਣ ਮਾਰਾਂਗੇ ਫਿਰ ਇਹ ਦੀਵਾਰ ਟੁੱਟਣੀ, ਅਤੇ ਜਦੋਂ ਦੀਵਾਰ ਟੁੱਟ ਗਈ ਅਸੀਂ ਘਰੇ ਚਲੇ ਜਾਣਾ। ਜੇ ਹੁਣ ਇਹ ਦੀਵਾਰ ਟੁੱਟੀ ਨਹੀਂ ਤਾਂ ਅਸੀਂ ਘਰ ਵਾਪਸ ਨਹੀਂ ਜਾ ਸਕਦੇ, ਵਿੱਚ ਕੰਧ ਹੈ। ਇਹਨੂੰ ਮਹਾਰਾਜ ਕਹਿੰਦੇ ਕੂੜ ਦੀ ਪਾਲ ਦੀਵਾਰ, ਜੋ ਆਪਾਂ ਨੂੰ ਰੋਜ਼ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਇਹ ਕੂੜ ਦੀ ਪਾਲ ਕਿਵੇਂ ਟੁੱਟੇ ਅਤੇ ਕਿਵੇਂ ਅਸੀਂ ਸਚਿਆਰ ਹੋਈਏ। ਅਤੇ ਉਹਦੇ ਵਾਸਤੇ ਫਿਰ ਕਹਿੰਦੇ ਵੀ ਇਹ ਕੂੜ ਦੀ ਪਾਲ ਟੁੱਟਣੀ ਇਹ ਸਿਮਰਨ ਕਰਕੇ, ਨਾਲ ਨਾਲ ਗੁਰੂ ਦੀ ਮੱਤ ਲੈ ਕੇ, ਗਿਆਨ ਲੈ ਕੇ, ਸੋਝੀ ਲੈ ਕੇ ਫਿਰ ਇਹ ਦੀਵਾਰ ਟੁੱਟਣੀ। ਜਦ ਤੱਕ ਹੁਣ ਅਸੀਂ ਸਿਮਰਨ ਨਹੀਂ ਕਰਦੇ, ਗੁਰੂ ਦੀ ਮੱਤ ਨਹੀਂ ਲੈਂਦੇ, ਉਹਨਾਂ ਸਮਾਂ ਦੀਵਾਰ ਟੁੱਟਦੀ ਨਹੀਂ। ਜਦ ਤੱਕ ਦੀਵਾਰ ਨਹੀਂ ਟੁੱਟੇਗੀ ਅਸੀਂ ਘਰ ਨਹੀਂ ਜਾ ਸਕਦੇ। ਅਸੀਂ ਇੱਧਰ ਹੀ ਰਵਾਂਗੇ ਸ਼ਕਤੀ ਦੇ ਘਰ। ਅਤੇ ਸ਼ਕਤੀ ਦੇ ਘਰ ਦੇ ਵਿੱਚ ਹੀ ਮਨ ਹੈ ਜਿਹੜਾ ਇਹ ਸੁੱਤਾ ਹੈ ਭਰਮ ਦੇ ਵਿੱਚ। ਕਿਵੇਂ ਸੌਂ ਗਏ? ਮਹਾਰਾਜ ਕਹਿੰਦੇ ਜਿਹੜੇ ਨੇਤਰ ਸੀ ਇਹ ਸੌਂ ਗਏ ਆਕਾਰਾਂ ਨੂੰ, ਮਾਇਆ ਨੂੰ ਦੇਖ ਦੇਖ ਕੇ। ਜਿਹੜੇ ਸਰਵਣ ਸੀ ਕੰਨ ਇਹ ਨਿੰਦਾ ਸੁਣ ਸੁਣ ਕੇ ਸੌਂ ਗਈ। ਇਹ ਜਿਹੜੀ ਰਸਨਾ ਸੀ ਇਹ ਸਵਾਦਾਂ 'ਚ ਸੌਂ ਗਈ। ਅਤੇ ਮਾਨੇ ਸ਼ਕਤੀ ਦੇ ਘਰ ਗੂੜੀ ਨੀਂਦ ਬਸਮਾਦ ਹੋ ਕੇ ਸੌਂ ਗਈ ਆ ਭਰਮ ਦੇ ਵਿੱਚ। ਸਤਿਗੁਰੂ ਫਰਮਾਉਂਦੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸਰਵਣ ਸੋਈ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋ ਮੀਠੇ ਸਾਧ, ਮਨ ਸੋਇਆ ਮਾਇਆ ਵਿਸਮਾਦ। ਵੀ ਇਸ ਤਰ੍ਹਾਂ ਮਨ ਇਹ ਸ਼ਕਤੀ ਦੇ ਘਰ ਆ ਕੇ ਭਰਮ ਦੇ ਵਿੱਚ ਸੁੱਤਾ ਪਿਆ। ਹੁਣ ਸੁੱਤੇ ਹੋਏ ਮਨ ਨੂੰ ਸਮਝ ਨਹੀਂ ਲੱਗਦੀ ਗੁਰਬਾਣੀ ਗੁਰੂ ਦੀ, ਕਿਉਂਕਿ ਗੂੜੀ ਨੀਂਦ ਦੇ ਸੁੱਤਾ ਪਿਆ। ਸੁੱਤੇ ਨੂੰ ਜੋ ਮਰਜ਼ੀ ਸੁਣਾਈ ਚੱਲੋ, ਇਹਨੂੰ ਸਮਝ ਹੀ ਨਹੀਂ ਆਉਣੀ। ਜਦੋਂ ਇਹ ਜਾਗੇਗਾ ਫਿਰ ਇਹਨੂੰ ਸਮਝ ਲੱਗੇਗੀ। ਜਦੋਂ ਇਹ ਜਾਗੇਗਾ ਫਿਰ ਕਹਿਣਾ ਮੰਨੇਗਾ। ਜਦ ਤੱਕ ਇਹ ਸੁੱਤਾ ਪਿਆ ਨਾ ਤਾਂ ਇਹਨੂੰ ਸਮਝ ਲੱਗਦੀ ਵੀ ਮੈਨੂੰ ਕਹਿੰਦੇ ਕੀ ਨੇ, ਅਤੇ ਜਦ ਤੱਕ ਇਹਨੂੰ ਇਹੀ ਨਹੀਂ ਪਤਾ ਮੈਨੂੰ ਕੀ ਕਹਿੰਦੇ ਨੇ, ਅਤੇ ਮੰਨਣਾ ਤਾਂ ਬਾਅਦ ਦੀ ਗੱਲ। ਮੰਨੇਗਾ ਤਾਂ ਫਿਰ ਹੀ ਜਦੋਂ ਇਹਨੂੰ ਸਮਝ ਆਏਗੀ, ਜਦੋਂ ਇਹ ਜਾਗੇਗਾ ਫਿਰ ਮੰਨੇਗਾ। ਤਾਂ ਕਰਕੇ ਫਿਰ ਮਹਾਰਾਜ ਕਹਿੰਦੇ ਵੀ ਮਨ ਤੂੰ ਸੁੱਤਾ ਨਾ ਰਹੇ, ਭਰਮ 'ਚ ਨਾ ਰਹੇ, ਤੂੰ ਜਾਗ। ਅਤੇ ਜਾਗਣ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਸਿਮਰਨ ਕਰੋ। ਸਿਮਰਨ ਕਰਕੇ ਮਨ ਨੂੰ ਜਗਾਓ। ਸਿਮਰ 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 ਗੁਰ ਆਪਣਾ ਸੋਇਆ ਮਨ ਜਗਾਈ। ਇਹ ਸਿਮਰਨ ਕਰਕੇ ਸੁੱਤੇ ਹੋਏ ਮਨ ਨੂੰ ਜਗਾ ਲਓ। ਹੁਣ ਜਦੋਂ ਇਹ ਮਨ ਜਾਗੇਗਾ ਫਿਰ ਇਹ ਜਾਗੇ ਮਨ ਦੀ ਨਿਸ਼ਾਨੀ ਹੈ ਜਾਗਿਆ ਹੋਇਆ ਮਨ ਫਿਰ ਇਸ਼ਨਾਨ ਕਰੇਗਾ। ਕਿੱਥੇ ਇਸ਼ਨਾਨ ਕਰੇਗਾ? ਅੰਮ੍ਰਿਤਸਰ ਦੇ ਵਿੱਚ, ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਇਹਦੀ ਸਾਰੀ ਮੈਲ ਉਤਰ ਜੀ। ਮਹਾਰਾਜ ਕਹਿੰਦੇ ਮੈਲ ਗਈ ਮਨ ਨਿਰਮਲ ਹੋਆ, ਅੰਮ੍ਰਿਤਸਰ ਤੀਰਥ ਨਹਾਏ। ਬਈ ਜਿਵੇਂ ਮਨ ਨੂੰ ਕਹਿੰਦੇ ਨਾ, ਫਿਰ ਜਿਹੜਾ ਮਹਾਰਾਜ ਕਹਿੰਦੇ ਵੀ ਗੁਰੂ ਦਾ ਸਿੱਖ ਹੈ, ਉਹ ਸਿੱਖ ਨੇ ਕੀ ਕਰਨਾ? ਸਿਮਰਨ ਕਰਨਾ, ਅਤੇ ਫਿਰ ਉਹਨੇ ਅੰਮ੍ਰਿਤਸਰ 'ਚ ਇਸ਼ਨਾਨ ਕਰਨਾ। ਗੁਰ ਸਤਿਗੁਰ ਕਾ ਜੋ ਸਿੱਖ ਖਾਈ, ਸੋ ਭਲਕੇ ਉੱਠ ਹਰ ਨਾਮ ਤੇ ਆਵੇ।
ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੇ। ਹੁਣ ਜਦੋਂ ਮਨ ਜਾਗੇਗਾ ਤੇ ਫੇਰ ਹੀ ਇਸ਼ਨਾਨ ਕਰੇਗਾ। ਜਿਵੇਂ ਸਤਿਗੁਰੂ ਨੇ ਕਹਿ ਦਿੱਤਾ ਵੀ ਤੂੰ ਪਹਿਲਾਂ ਸਿਮਰਨ ਕਰ ਲੈ, ਸਿਮਰਨ ਕਰ ਲਿਆ ਤੇ ਮਨ ਜਾਗ ਪਿਆ, ਫਿਰ ਕਹਿੰਦੇ ਹੁਣ ਅੰਮ੍ਰਿਤਸਰ 'ਚ ਇਸ਼ਨਾਨ ਕਰ ਲੈ। ਤੇ ਉਦੋਂ ਮਨ ਕਹੇਗਾ ਸਤ ਵਚਨ, ਜਦੋਂ ਜਾਗੇਗਾ ਤੇ ਫਿਰ ਅੰਮ੍ਰਿਤਸਰ 'ਚ ਇਸ਼ਨਾਨ ਕਰ ਲਏਗਾ। ਜੇ ਹੁਣ ਜਾਗਿਆ ਹੀ ਨਹੀਂ ਤੇ ਇਹਨੂੰ ਕਹੀ ਜਾਣਾ ਅੰਮ੍ਰਿਤਸਰ 'ਚ ਇਸ਼ਨਾਨ ਕਰ ਲੈ, ਤੇ ਇਹਨੂੰ ਪਤਾ ਹੀ ਨਹੀਂ ਉਹ ਅੰਮ੍ਰਿਤਸਰ ਹੈ ਕਿੱਥੇ ਹੈ। ਇਸ਼ਨਾਨ ਤਾਂ ਫੇਰ ਹੀ ਕਰੇਗਾ ਨਾ ਜੇ ਜਾਗੇਗਾ, ਤੇ ਜੇ ਇਹਨੂੰ ਪਤਾ ਹੋਏਗਾ ਵੀ ਅੰਮ੍ਰਿਤਸਰ ਹੈ ਕਿੱਥੇ ਹੈ। ਜਦ ਤੱਕ ਹੁਣ ਸੁੱਤਾ ਹੋਇਆ ਇਹਨੂੰ ਅੰਮ੍ਰਿਤਸਰ ਦਾ ਹੀ ਨਹੀਂ ਪਤਾ ਵੀ ਉਹ ਅੰਮ੍ਰਿਤਸਰ ਕਿੱਥੇ ਹੈ। ਅਤੇ ਜਦ ਤੱਕ ਇਸ਼ਨਾਨ ਨਹੀਂ ਕਰਦਾ ਉਹਨਾਂ ਸਮਾਂ ਇਹਦੀ ਮੈਲ ਨਹੀਂ ਉਤਰਦੀ। ਇਸ ਵਾਸਤੇ ਫਿਰ ਜੋ ਗੁਰਬਾਣੀ ਹੈ ਉਹਨੂੰ ਫੇਰ ਮਨ ਮੰਨਦਾ ਜਦੋਂ ਇਹ ਜਾਗਦਾ ਹੈ। ਇਸ ਲਈ ਫਿਰ ਮਹਾਰਾਜ ਕਹਿੰਦੇ ਫਿਰ ਚੜ੍ਹੇ ਦਿਵਸ ਗੁਰਬਾਣੀ ਗਾਵੇ। ਬਈ ਜਦੋਂ ਮਨ ਫਿਰ ਜਾਗੇਗਾ ਫੇਰ ਹੀ ਇਹਦਾ ਸਵੇਰਾ ਹੋਣਾ, ਫੇਰ ਹੀ ਇਹਦਾ ਦਿਨ ਚੜ੍ਹਨਾ, ਅਤੇ ਫਿਰ ਇਹ ਗੁਰਬਾਣੀ ਨੂੰ ਗਾਏਗਾ। ਜਦੋਂ ਜਾਗੇਗਾ ਫਿਰ ਇਹ ਗੁਣ ਗਾਏਗਾ ਮਾਲਕ ਦੇ ਪਰਮਾਤਮਾ 'ਚ। ਫਿਰ ਇਹ ਬਹਿੰਦਾ ਉੱਠਦਾ ਫਿਰ ਸਿਮਰਨ ਕਰੇਗਾ, ਬਹਿੰਦਿਆਂ ਉੱਠਦਿਆਂ ਹਰਨਾਮ 'ਤੇ ਆਵੇ, ਫਿਰ 'ਤੇ ਆਏਗਾ ਕਿਉਂਕਿ ਜਾਗਦਾ ਹੈ। ਫਿਰ ਜਿਹੜਾ ਮਨ ਜਾਗਦਾ ਉਹ ਆਪ ਤਾਂ ਜਪਦਾ ਹੀ ਹੈ, ਉਹ ਨਾਲ ਹੋਰਾਂ ਨੂੰ ਵੀ ਜਪਾਉਂਦਾ, ਉਹ ਹੋਰਾਂ ਨੂੰ ਵੀ ਜਗਾਉਣ ਦੀ ਕੋਸ਼ਿਸ਼ ਕਰਦਾ ਵੀ ਜਿਵੇਂ ਮੈਂ ਜਾਗਿਆ ਉਹ ਵੀ ਜਾਗ ਪੈਣ। ਇਸ ਲਈ ਮਹਾਰਾਜ ਕਹਿੰਦੇ ਐਸੇ ਗੁਰਸਿੱਖ ਦੀ ਫਿਰ ਅਸੀਂ ਵੀ ਧੂੜੀ ਮੰਗਦੇ। ਜਾਂ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਵੀ ਜਿਹੜਾ ਆਪ ਵੀ ਜਪਦਾ ਅਤੇ ਨਾਲ ਜਪਾਉਂਦਾ ਵੀ ਹੈ। ਇਹ ਹੁਣ ਤਾਂ ਹੀ ਮਨ ਆਪ ਜਪੇਗਾ ਅਤੇ ਜਪਾਏਗਾ ਜੇ ਮਨ ਜਾਗੇਗਾ। ਜੇ ਮਨ ਜਾਗੇਗਾ ਹੀ ਨਹੀਂ ਇਹਨੂੰ ਭੇਤ ਹੀ ਨਹੀਂ ਆਉਣਾ, ਇਹਨੂੰ ਸੋਝੀ ਨਹੀਂ ਆਉਣੀ ਹੈ, ਇਹਨੇ ਮੰਨਣਾ ਹੀ ਨਹੀਂ ਗੁਰਬਾਣੀ ਗੁਰੂ ਦਾ ਕਹਿਣਾ। ਇਸ ਵਾਸਤੇ ਫਿਰ ਗੁਰਬਾਣੀ ਸਾਡੇ ਮਨਾਂ ਨੂੰ ਜਗਾਉਂਦੀ ਸੁੱਤੇ ਹੋਇਆ। ਅਤੇ ਮਹਾਰਾਜ ਇਸ ਲਈ ਕਹਿੰਦੇ ਬਈ ਸੁੱਤੇ ਨਾ ਰਹੋ, ਜਾਗੋ 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 ਸੁੱਤਿਓ ਚੱਲਿਆ ਬਣਜਾਰਾ। ਬਈ ਸੁੱਤੇ ਨਾ ਰਹੋ, ਇਹ ਨਾ ਹੋਵੇ ਕਿ ਸੁੱਤਿਆਂ ਦਾ ਹੀ ਸਾਡਾ ਸਮਾਂ ਲੰਘ ਜੇ। ਵੀ ਇਸ ਵਾਸਤੇ ਫਿਰ ਜਿਹੜੇ ਜਾਗਦੇ ਉਹ ਜੀਵਨ ਦਾ ਲਾਹਾ ਖੱਟ ਲੈਂਦੇ। ਜਾਗਣਾ ਇਹ ਨਹੀਂ ਇੱਕ ਤਾਂ ਹੁੰਦਾ ਸਰੀਰ ਕਰਕੇ ਜਾਗਣਾ, ਜਿਵੇਂ ਸਰੀਰ ਕਰਕੇ ਤਾਂ ਜਾਗਦੇ ਹੀ ਆਪਾਂ। ਸਰੀਰ ਦਾ ਜਾਗਣਾ ਹੋਰ ਹੈ, ਮਨ ਦਾ ਜਾਗਣਾ ਹੋਰ ਹੈ। ਆਪਾਂ ਮਨ ਨੂੰ ਜਗਾਉਣਾ। ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਇੱਕ ਤਾਂ ਜਿਵੇਂ ਸੰਸਾਰੀ ਜੀਵ ਸੰਸਾਰ ਦੇ ਵਿੱਚ ਜਿਹਨੂੰ ਜਾਗਣਾ ਕਹਿੰਦੇ। ਜਿਵੇਂ ਮੰਨ ਲਓ ਕਈ ਜੀਵ ਕਹਿੰਦੇ ਵੀ ਮੈਂ ਰਾਤ ਨੂੰ, ਕੋਈ ਕਹਿੰਦਾ ਮੈਂ 12 ਵਜੇ ਉੱਠ ਜਾਂਦਾ ਜੀ, ਕੋਈ ਕਹਿੰਦਾ ਮੈਂ 2 ਵਜੇ ਉੱਠ ਜਾਂਦਾ ਜੀ। ਹੁਣ ਜੇ ਅਸੀਂ ਉੱਠੇ 2 ਵਜੇ 3 ਵਜੇ ਕੋਈ ਉੱਠ ਖੜ੍ਹਿਆ ਅਤੇ ਉੱਠੇ ਕਾਹਦੇ ਵਾਸਤੇ ਵੀ ਅਸੀਂ ਸਿਮਰਨ ਭਗਤੀ ਕਰਨੀ ਹੈ। ਅਤੇ ਉੱਠਣ ਸਾਰ ਹੀ ਸਾਡਾ ਮਨ ਚਲਾ ਗਿਆ ਵਿਚਾਰਾਂ ਦੇ ਵਿੱਚ, ਫੁਰਨਿਆਂ ਦੇ ਵਿੱਚ, ਭਰਮ ਦੇ ਵਿੱਚ। ਅਤੇ ਮਹਾਰਾਜ ਕਹਿੰਦੇ ਇਹੋ ਜਿਹੇ ਜਾਗਣ ਨਾਲੋਂ ਤਾਂ ਤੁਸੀਂ ਸੁੱਤੇ ਹੀ ਚੰਗੇ ਸੀ। ਵੀ ਇਹਨੂੰ ਜਾਗਣਾ ਨਹੀਂ ਕਹਿੰਦੇ। ਗੁਰਬਾਣੀ 'ਚ ਇਹਨੂੰ ਕਹਿੰਦੇ ਵੀ ਸੌਂ ਗਏ। ਜਦੋਂ ਅਸੀਂ ਸਕਦੇ ਸੁੱਤੇ ਹੁੰਦੇ ਉਦੋਂ ਤਾਂ ਅਸੀਂ ਆਪਦੇ ਘਰ ਹੁੰਦੇ। ਜਦੋਂ ਅਸੀਂ ਆਪਦੇ ਘਰ ਹੁੰਦੇ ਸਾਨੂੰ ਕੋਈ ਫਿਕਰ ਥੋੜ੍ਹੀ ਹੈ, ਕੋਈ ਚਿੰਤਾ ਥੋੜ੍ਹੀ ਹੈ। ਇੱਧਰ ਉੱਠੇ ਆਪਦੇ ਜਾਣੇ ਬਈ ਅਸੀਂ ਗੁਰਬਾਣੀ ਨੂੰ ਪੜ੍ਹੀਏ ਅਤੇ ਉੱਠਣ ਸਾਰੀ ਚਿੰਤਾ ਲੱਗ ਗਈਆਂ, ਫਿਕਰ ਲੱਗ ਗਈ। ਅਤੇ ਮਹਾਰਾਜ ਕਹਿੰਦੇ ਉਦੋਂ ਤਾਂ ਤੁਸੀਂ ਸੁੱਤੇ ਹੀ ਚੰਗੇ ਸੀ, ਸੁੱਤੇ ਹੀ ਰਹਿੰਦੇ। ਵੀ ਆਪਦੇ ਘਰੇ ਦਾ ਸੀ, ਤੁਹਾਨੂੰ ਸੁੱਖ ਤਾਂ ਸੀ, ਤੁਹਾਨੂੰ ਕੋਈ ਚਿੰਤਾ ਫਿਕਰ ਤਾਂ ਨਹੀਂ ਸੀ। ਬਈ ਇਹ ਜੇ ਜਾਗਣ ਨਾਲੋਂ ਤਾਂ ਜੀਵ ਸੁੱਤਾ ਚੰਗਾ, ਉਹਦੇ ਨਾਲੋਂ ਸੁਪਨਾ ਚੰਗਾ ਜਿਹੜਾ ਅਸੀਂ ਸੌਂ ਕੇ ਦੇਖਦੇ। ਮਹਾਰਾਜ ਕਹਿੰਦੇ ਜਾਗਣੇ ਤੇ ਸੁਪਨਾ ਭਲਾ, ਵਸੀਏ ਪ੍ਰਭ ਕੇ ਸੰਗ। ਬਈ ਇਹ ਜੇ ਜਾਗਣ ਨਾਲੋਂ ਤਾਂ ਜੀਵ ਸੁੱਤਾ ਚੰਗਾ, ਸੁਪਨੇ ਦੇ ਵਿੱਚ ਚੰਗਾ ਹੈ। ਕਿਉਂਕਿ ਉੱਥੇ ਕੋਈ ਸਾਨੂੰ ਚਿੰਤਾ, ਕੋਈ ਫਿਕਰ ਨਹੀਂ ਹੁੰਦੀ। ਇਸ ਵਾਸਤੇ ਸੰਸਾਰ ਦਾ ਜਾਗਣਾ ਹੋਰ ਹੈ। ਜਿਹਨੂੰ ਸੰਸਾਰੀ ਜੀਵ ਜਾਗਣਾ ਕਹਿੰਦੇ
ਇਹ ਜਾਗਣਾ ਨਹੀਂ, ਆਪਾਂ ਮਨ ਕਰਕੇ ਜਾਗਣਾ। ਅਤੇ ਜਦੋਂ ਸਾਡਾ ਮਨ ਜਾਗ ਪਿਆ, ਇਹ ਆਮਦਨ ਜਾਗਦਾ। ਜਿਹੜੇ ਗੁਰਮੁਖ ਨੇ ਉਹ ਆਮਦਨ ਜਾਗਦੇ। ਆਮਦਨ ਜਾਗਣ ਦਾ ਭਾਵ ਦਿਨ ਰਾਤ ਜਾਗਦੇ। ਦਿਨ ਰਾਤ ਜਾਗਣ ਦਾ ਭਾਵ ਇਹ ਨਹੀਂ ਵੀ ਉਹ ਸੌਂਦੇ ਨਹੀਂ ਹੈ, ਵੀ ਉਹ ਸਾਰਾ ਰਾਤ ਜਾਗਦੇ ਹੀ ਰਹਿੰਦੇ। ਸ਼ਾਇਦ ਆਮਦਨ ਜਾਗਣ ਦਾ ਭਾਵ ਹੁੰਦਾ ਵੀ ਉਹਨਾਂ ਦਾ ਮਨ ਜਾਗਦਾ। ਉਹਨਾਂ ਦਾ ਮਨ ਹੈ ਜਿਹੜਾ ਉਹ ਵਿਚਾਰਾਂ ਦੇ ਵਿੱਚ, ਭਰਮ ਦੇ ਵਿੱਚ ਸੁੱਤਾ ਨਹੀਂ, ਉਹ ਵੈਰ ਵਿਰੋਧ ਦੇ ਵਿੱਚ ਸੁੱਤੇ ਨਹੀਂ ਹੈ, ਉਹ ਕਿਸੇ ਈਰਖਾ ਨਫ਼ਰਤ ਦੇ ਵਿੱਚ, ਹਉਮੈ ਹੰਕਾਰ ਦੇ ਵਿੱਚ ਸੁੱਤੇ ਨਹੀਂ ਹੈ। ਉਹਨਾਂ ਦਾ ਮਨ ਜਾਗਤ ਅਵਸਥਾ ਦੇ ਵਿੱਚ। ਉਹ ਜਦੋਂ ਦਿਨ ਦੇ ਸਮੇਂ ਇੱਧਰ ਸੰਸਾਰ 'ਚ ਰਹਿੰਦੇ, ਇੱਥੇ ਵੀ ਜਾਗਦੇ ਰਹਿੰਦੇ, ਅਤੇ ਜਦੋਂ ਇੱਥੋਂ ਦੇਹ ਨੂੰ ਛੱਡਦੇ ਅਤੇ ਉਹ ਆਪਦੇ ਘਰ ਜਾ ਕੇ ਉੱਥੇ ਵੀ ਜਾਗ ਪੈਂਦੇ। ਅਤੇ ਉਹਨੂੰ ਕਹਿੰਦੇ ਗੁਰਮਤਿ ਦੇ ਵਿੱਚ ਅੰਨ ਦਿਨ ਜਾਗਣਾ। ਜਿਹੜੇ ਫਿਰ ਗੁਰਮੁਖ ਸਿਮਰਨ ਕਰਦੇ ਗੁਰੂ ਦੀ ਮੱਤ ਦੁਆਰਾ, ਉਹਨਾਂ ਦਾ ਮਨ ਹੈ ਜਿਹੜਾ ਉਹ ਅੰਨ ਦਿਨ ਜਾਗ ਪੈਂਦਾ। ਮਾਰੇ ਕਹਿੰਦੇ ਪ੍ਰਭ ਕੋ ਸਿਮਰੇ ਸੇ ਅੰਨ ਦਿਨ ਜਾਗੇ। ਬਈ ਜਿਨ੍ਹਾਂ ਨੇ ਮਾਲਕ ਨੂੰ ਸਿਮਰਿਆ ਉਹਨਾਂ ਦਾ ਮਨ ਅੰਨ ਦਿਨ ਜਾਗ ਪਿਆ। ਜਦੋਂ ਗੁਰਮੁਖ ਜਾਗਦੇ, ਉਹਨਾਂ ਦਾ ਜਾਗਣਾ ਅਸਰ। ਇਹ ਸੰਸਾਰ ਦਾ ਜਾਗਣਾ ਨਹੀਂ, ਜਿਹਨੂੰ ਅਸੀਂ ਸੰਸਾਰੀ ਜੀਵ ਜਾਗਣਾ ਕਹਿੰਦੇ। ਜੇ ਅਸੀਂ ਜਾ ਕੇ ਵਿਚਾਰਾਂ 'ਚ ਹੀ ਜਾਣਾ, ਭਰਮ ਦੇ ਵਿੱਚ ਹੀ ਜਾਣਾ, ਤਾਂ ਉਦੋਂ ਤਾਂ ਸੁੱਤਾ ਹੀ ਚੰਗਾ ਜੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਾਗਣਾ ਹੁੰਦਾ ਮਨ ਦਾ। ਅਤੇ ਮਨ ਦਾ ਜਾਗਣਾ ਫੇਰ ਹੁੰਦਾ ਜਦੋਂ ਇਹ ਸਿਮਰਨ ਅਭਿਆਸ ਕਰਕੇ ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋ ਜਾਂਦਾ। ਜਿਵੇਂ ਹੁਣ ਅਸੀਂ ਸੁੱਤੇ ਕਿਵੇਂ ਆ, ਵਿਚਾਰਾਂ 'ਚ ਸੁੱਤੇ। ਸੰਸਾਰ ਦਾ ਤਾਂ ਸਾਰਾ ਖੇਲ ਹੀ ਪੁੱਠਾ ਚੱਲਦਾ ਨਾ, ਉਲਟ ਚੱਲਦਾ ਹੈ। ਜਿਹਨੂੰ ਹੁਣ ਸੰਸਾਰ ਦੇ ਵਿੱਚ, ਜਿਵੇਂ ਅਸੀਂ ਸਵੇਰ ਨੂੰ ਉੱਠਦੇ ਹਾਂ, ਉੱਠਣ ਸਾਰ ਸਾਡਾ ਮਨ ਵਿਚਾਰਾਂ 'ਚ ਚਲਾ ਗਿਆ। ਸੰਸਾਰੀ ਜੀਵ ਕਹਿੰਦਾ ਇਹ ਉੱਠ ਖੜੇ ਜਾਗ ਪਏ, ਅਤੇ ਗੁਰਬਾਣੀ ਕਹਿੰਦੀ ਸੌਂ ਗਏ। ਵੀ ਜਦੋਂ ਮਨ ਵਿਚਾਰਾਂ 'ਚ ਚਲਾ ਗਿਆ, ਇਹ ਵਿਚਾਰਾਂ 'ਚ ਸੌਂ ਜਾਂਦਾ। ਉਹਦਾ ਮਨ ਆਪਣਾ ਕੋਈ ਸੌਣ ਵਾਲੀ ਚੀਜ਼ ਨਹੀਂ, ਇਹਨੂੰ ਜੋਤ ਸਰੂਪ, ਪ੍ਰਕਾਸ਼ ਰੂਪ ਹੈ। ਸੁੱਤਾ ਇਹਨੂੰ ਉਦੋਂ ਕਹਿੰਦੇ ਗੁਰਬਾਣੀ ਗੁਰੂ ਵਿੱਚ, ਜਦੋਂ ਇਹ ਵਿਚਾਰਾਂ 'ਚ ਹੁੰਦਾ, ਭਰਮ 'ਚ ਪੈ ਜਾਂਦਾ, ਵਿਚਾਰਾਂ 'ਚ ਦੂਰ ਚਲਾ ਜਾਂਦਾ ਹੈ। ਸਾਡੇ ਅੰਦਰ ਸੈਂਸੇ ਫਿਕਰ, ਚਿੰਤਾਵਾਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ। ਇਹ ਸਾਡਾ ਮਨ ਭਰਮ 'ਚ ਚਲਾ ਜਾਂਦਾ। ਹਰ ਸਮੇਂ ਸਾਡੇ ਅੰਦਰ ਸੋਚ ਚੱਲਦੀ ਰਹਿੰਦੀ, ਵਿਚਾਰ ਫੁਰਨੇ ਚੱਲਦੇ ਹੀ ਰਹਿੰਦੇ। ਉਦੋਂ ਕਹਿੰਦੇ ਇਹ ਸੁੱਤਾ ਵਿਚਾਰਾਂ 'ਚ। ਚਾਹੇ ਉਹ ਵਿਚਾਰ ਸਾਡੇ ਰਜੋ ਗੁਣੀ ਨੇ, ਉਹਦੇ ਵਿੱਚ ਹੀ ਆਸ਼ਾ, ਅਭਿਲਾਸ਼ਾ, ਤ੍ਰਿਸ਼ਨਾਵਾਂ, ਸੈਂਸੇ ਫਿਕਰ, ਚਿੰਤਾਵਾਂ ਨੇ। ਚਾਹੇ ਸਾਡੇ ਵਿਚਾਰ ਤਮੋ ਗੁਣੀ ਨੇ, ਉਹਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਨਿੰਦਿਆ, ਚੁਗਲੀ, ਵੈਰ ਵਿਰੋਧ, ਈਰਖਾ, ਨਫ਼ਰਤ ਹੈ। ਚਾਹੇ ਸਾਡੇ ਵਿਚਾਰ ਸਤੋ ਗੁਣੀ ਨੇ, ਉਹਦੇ ਵਿੱਚ ਪੁੰਨ, ਦਾਨ, ਦਇਆ, ਨਰਮਤਾ, ਸਹਿਣਸ਼ੀਲਤਾ ਹੈ। ਇਹ ਜਦੋਂ ਵਿਚਾਰਾਂ 'ਚ ਹੁੰਦਾ, ਉਦੋਂ ਇਹਨੂੰ ਕਹਿੰਦੇ ਸੁੱਤਾ ਹੀ। ਤ੍ਰੈ ਗੁਣਾਂ ਦੇ ਵਿੱਚ ਸੁੱਤਾ ਹੈ। ਵੀ ਉਹ ਗੱਲ ਵੱਖਰੀ ਵੀ ਕੋਈ ਸਤੋ ਗੁਣ 'ਤੇ ਸੌਂ ਗਿਆ, ਕੋਈ ਤਮੋ ਗੁਣ 'ਤੇ ਸੌਂ ਗਿਆ, ਕੋਈ ਰਜੋ ਗੁਣ 'ਤੇ ਸੌਂ ਗਿਆ। ਇਹਨਾਂ ਦੇ ਵਿੱਚ ਹੀ ਮਨ ਜਿਹੜਾ ਸੁੱਤਾ ਹੋਇਆ, ਇਹਨੂੰ ਹੀ ਕਹਿੰਦੇ ਤੀਹੀਂ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਨ। ਵੀ ਇਹਦੇ ਵਿੱਚ, ਭਰਮ ਦੇ ਵਿੱਚ, ਵਿਚਾਰਾਂ ਦੇ ਵਿੱਚ ਮਨ ਸੁੱਤਾ। ਜਦੋਂ ਹੁਣ ਅਸੀਂ ਮਨ ਨੂੰ ਵਿਚਾਰਾਂ ਤੋਂ ਰਹਿਤ ਕਰ ਲਿਆ, ਚਾਹੇ ਅਸੀਂ ਦਿਨ ਦੇ ਸਮੇਂ ਚੱਲਦੇ ਹਾਂ, ਆਪਾਂ ਨੂੰ ਕੋਈ ਵਿਚਾਰ ਨਹੀਂ ਆਉਂਦਾ, ਆਪਾਂ ਜਾਗਦੇ। ਜਦੋਂ ਅਸੀਂ ਮਾਲਕ ਦੇ ਸਨਮੁਖ ਆਪਾਂ ਸਿਮਰਨ ਕਰ ਰਹੇ ਹਾਂ, ਅਤੇ ਅਸੀਂ ਜਾਗਦੇ ਹਾਂ, ਸੁੱਤੇ ਨਹੀਂ। ਇਸ ਵਾਸਤੇ ਫਿਰ ਜਿਹੜੇ ਪਰਮਾਤਮਾ ਦੇ ਪਿਆਰੇ, ਉਹ ਮਹਾਰਾਜ ਕਹਿੰਦੇ ਅੰਨ ਦਿਨ ਜਾਗਦੇ। ਤਾਈਓ ਮਾਰੇ ਫਰਮਾਉਂਦੇ, ਭਿੰਨੀ ਰੈਣੜੀਏ ਚਮਕਣ ਤਾਰੇ, ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ। ਵੀ ਜਿਹੜੇ ਉਹ ਰਾਮ ਦੇ ਪਿਆਰੇ, ਮਾਲਕ ਦੇ ਪਿਆਰੇ, ਉਹ ਜਾਗਦੇ, ਉਹ ਸੌਂਦੇ ਨਹੀਂ। ਸੌਣ ਦਾ ਮਤਲਬ ਇਹ ਨਹੀਂ ਵੀ ਉਹ ਸਰੀਰ ਕਰਕੇ ਨਹੀਂ ਸੌਂਦੇ, ਵੀ ਉਹ ਪਤਾ ਨਹੀਂ ਸਾਰੀ ਰਾਤ ਸੌਂਦੇ ਹੀ ਨਹੀਂ, ਉਹ ਤੁਰੇ ਫਿਰਦੇ ਨੇ। ਉਹਨਾਂ ਦਾ ਮਨ ਜਾਗਦਾ, ਮਨ ਦਾ ਜਾਗਣਾ। ਵੀ ਉਹਨਾਂ ਦਾ ਮਨ ਹੈ ਜਿਹੜਾ ਉਹ ਵਿਚਾਰਾਂ 'ਚ ਨਹੀਂ, ਉਹ ਭਰਮ ਦੇ ਵਿੱਚ ਨਹੀਂ ਹੈ। ਉਹਨੂੰ ਕਹਿੰਦੇ ਫਿਰ ਵੀ ਇਹ ਗੁਰਮੁਖ ਨੇ ਜਿਹੜੇ ਇਹ ਜਾਗਦੇ ਨੇ। ਅਤੇ ਜਿਹੜਾ ਮਨ ਜਾਗਦਾ ਹੈ, ਉਹ ਜਾਗੇ ਮਨ ਦੀ ਫਿਰ ਇਹ ਨਿਸ਼ਾਨੀ ਹੈ, ਉਹ ਕਿਸੇ ਨਾਲ ਲੜੇਗਾ ਨਹੀਂ।
ਜਿਹੜਾ ਮਨ ਜਾਗਿਆ ਉਹ ਕਿਸੇ ਨਾਲ ਵੀ ਵੈਰ ਵਿਰੋਧ ਨਹੀਂ ਕਰੇਗਾ, ਉਹ ਕਿਸੇ ਨਾਲ ਈਰਖਾ ਨਹੀਂ ਕਰੇਗਾ, ਨਫ਼ਰਤ ਨਹੀਂ ਕਰੇਗਾ। ਜਿਹੜਾ ਮਨ ਜਾਗਿਆ ਉਹ ਕਿਸੇ ਦੀ ਨਿੰਦਿਆ ਨਹੀਂ ਕਰੇਗਾ, ਉਹ ਕਿਸੇ ਦੀ ਬੁਰਾਈ ਨਹੀਂ ਕਰੇਗਾ। ਇਹ ਜਾਗੇ ਹੋਏ ਮਨ ਦੀ ਨਿਸ਼ਾਨੀ ਹੈ। ਜਦੋਂ ਮਨ ਸੁੱਤਾ ਹੁੰਦਾ ਫਿਰ ਹੀ ਇਹ ਸਾਰਾ ਕੁਝ ਚੱਲਦਾ, ਫਿਰ ਹੀ ਵੈਰ ਵਿਰੋਧ, ਈਰਖਾ, ਨਫ਼ਰਤ, ਨਿੰਦਿਆ, ਚੁਗਲੀ, ਫਿਰ ਇਹ ਸਾਰਾ ਕੁਝ ਚੱਲਦਾ। ਇਸ ਲਈ ਜਦੋਂ ਜੀਵ ਇਹ ਸਾਰਾ ਕੁਝ ਕਰਦਾ, ਵੈਰ ਵਿਰੋਧ ਕਰਦਾ, ਸਮਝ ਲਓ ਉਹਦਾ ਮਨ ਸੁੱਤਾ ਹੋਏ, ਉਹ ਜਾਗਿਆ ਨਹੀਂ। ਅਤੇ ਇਸ ਵਾਸਤੇ ਫਿਰ ਆਪਾਂ ਨੂੰ ਇਹ ਨਿਸ਼ਾਨੀਆਂ ਦੱਸੀਆਂ ਗੁਰਬਾਣੀ ਗੁਰੂ ਵਿੱਚ, ਸਾਨੂੰ ਗਿਆਨ ਦਿੱਤਾ ਬਈ ਜਿਹੜੇ ਗੁਰਮੁਖ ਨੇ ਉਹ ਜਾਗਦੇ ਨੇ, ਜਿਹੜੇ ਸੰਤ ਉਹ ਜਾਗਦੇ ਨੇ। ਅਤੇ ਸੰਤ ਕਿਸੇ ਪਹਿਰਾਵੇ ਦਾ ਨਾਂ ਨਹੀਂ ਹੈ। ਇਹ ਨਹੀਂ ਵੀ ਆਪਾਂ ਪਹਿਰਾਵਾ ਗੁਰਮੁਖਾਂ ਵਾਲਾ ਪਾ ਲਿਆ ਅਤੇ ਸੰਤ ਬਣ ਗਏ ਜੀ, ਜਾਂ ਅਸੀਂ ਪਹਿਰਾਵਾ ਦੇਖ ਕੇ ਆਖੀਏ ਵੀ ਇਹੋ ਸੰਤ ਹੈ ਜੀ, ਇਹਨਾਂ ਨੇ ਬਾਣਾ ਪਾਇਆ, ਇਹੋ ਸੰਤ ਹੈ। ਸੰਤ ਕਿਸੇ ਪਹਿਰਾਵੇ ਦਾ ਨਾਂ ਨਹੀਂ। ਉਹ ਸੰਤ ਕਿਸੇ ਵੀ ਅਵਸਥਾ ਦੇ ਵਿੱਚ ਹੋ ਸਕਦਾ, ਉਹ ਕੱਪੜੇ ਕੋਈ ਵੀ ਪਾ ਸਕਦਾ, ਕਿਉਂਕਿ ਇਹ ਤਾਂ ਸਰੀਰ ਢਕਣਾ ਹੈ, ਤਨ। ਮਨ ਦੀ ਅਵਸਥਾ ਦਾ ਨਾਂ ਸੰਤ ਹੈ। ਸੰਤ ਮਨ ਨੇ ਬਣਨਾ ਹੈ, ਨਾ ਕਿ ਸਰੀਰ ਨੇ। ਇਸ ਵਾਸਤੇ ਫਿਰ ਬਾਹਰੀ ਪਹਿਰਾਵਾ ਤਾਂ ਕੋਈ ਵੀ ਪਾ ਸਕਦਾ। ਜਿਵੇਂ ਕਾਲ ਨੇ ਆਪਦੇ ਸੰਤ ਬਣਾਏ ਨੇ, ਉਹਨੇ ਪਹਿਰਾਵਾ ਬਾਹਰੀ ਪਾਇਆ ਹੋਇਆ ਉਹਨਾਂ ਗੁਰਮੁਖਾਂ ਵਾਲਾ, ਸੰਤਾਂ ਵਾਲਾ। ਅਤੇ ਬਾਹਰੀ ਪਹਿਰਾਵਾ ਦੇਖ ਕੇ ਅਸੀਂ ਭਰਮ 'ਚ ਪੈ ਜਾਂਦੇ। ਅਤੇ ਆਪਾਂ ਨੂੰ ਸਮਝਾਉਂਦੇ ਵੀ ਇਹ ਮਨ ਦੀ ਅਵਸਥਾ ਹੈ, ਵੀ ਜੇ ਸਾਨੂੰ ਗਿਆਨ ਹੋਏਗਾ, ਸਾਨੂੰ ਸੋਝੀ ਹੋਏਗੀ ਆਪ ਨੂੰ, ਅਤੇ ਸਾਨੂੰ ਪਤਾ ਲੱਗ ਜਾਏਗਾ ਵੀ ਸਾਹਮਣੇ ਵਾਲੇ ਦਾ ਮਨ ਜਾਗਿਆ ਕਿ ਜਾਂ ਸੁੱਤਾ ਹੋਇਆ। ਅਤੇ ਪਤਾ ਕਿੱਥੋਂ ਲੱਗੇਗਾ? ਜਦੋਂ ਉਹ ਬੋਲੇਗਾ, ਉਹਦੇ ਬਚਨਾਂ ਤੋਂ ਪਤਾ ਲੱਗ ਜਾਣਾ ਵੀ ਇਹ ਜਾਗਦਾ ਹੈ ਕਿ ਜਾਂ ਇਹ ਸੁੱਤਾ ਹੋਇਆ। ਜੇ ਤਾਂ ਉਹ ਸੁੱਤਾ ਹੈ, ਉਹਨੇ ਵੈਰ ਵਿਰੋਧ ਦੀ ਗੱਲ ਕਰ, ਉਹਨੇ ਨਿੰਦਿਆ ਦੀ ਗੱਲ ਕਰਨੀ। ਅਤੇ ਜੇ ਉਹ ਜਾਗੇ ਹੈ, ਉਹਨੇ ਆਪਦੇ ਘਰ ਦੀ ਗੱਲ ਕਰਨੀ। ਜੇ ਉਹ ਜਾਗਿਆ ਹੈ, ਉਹਨੇ ਨਾਮ ਦੀ ਮਹਿਮਾ ਕਰਨੀ, ਉਹਨੇ ਫਿਰ ਉਹ ਆਤਮ ਰਸ ਦੀ ਮਹਿਮਾ ਕਰਨੀ, ਉਹਦਾ ਸਾਨੂੰ ਭੇਜ ਦੇਣਾ। ਇਹ ਜਾਗੇ ਹੋਏ ਮਨ ਦੀ ਨਿਸ਼ਾਨੀ ਮਹਾਰਾਜ ਸਾਨੂੰ ਦੱਸਦੇ ਫਿਰ ਵੀ ਜਿਹੜਾ ਮਨ ਜਾਗੇ ਹੈ ਉਹ ਸੱਚ ਦੇ ਨਾਮ ਦੀ ਮਹਿਮਾ ਕਰੇ, ਉਹ ਘਰ ਦੀ ਗੱਲ ਕਰੇ, ਪਰਮਾਤਮਾ ਨੂੰ ਮਿਲਾਪ ਦੀ ਗੱਲ ਕਰੇਗਾ। ਉਹਨੇ ਆ ਤ੍ਰੈ ਗੁਣਾਂ ਤੋਂ ਉੱਪਰ ਦੀ ਗੱਲ ਕਰਨੀ। ਜਿਹੜਾ ਸੁੱਤਾ ਉਹਨੇ ਤ੍ਰੈ ਗੁਣਾਂ ਦੀ ਗੱਲ ਕਰਨੀ, ਜਿੱਥੇ ਸੁੱਤਾ ਉੱਥੇ ਦੀ ਗੱਲ ਕਰੇਗਾ। ਇਸ ਵਾਸਤੇ ਉਹਨਾਂ ਨੂੰ ਗੁਰਬਾਣੀ 'ਚ ਫਿਰ ਨਾੜੀ ਸੰਤ ਆਖਿਆ। ਜਿਹੜੇ ਕਾਲ ਦੇ ਸੰਤ ਨੇ ਉਹਨਾਂ ਨੂੰ ਨਾੜੀ ਸੰਤ ਕਹਿੰਦੇ। ਵੀ ਉਹ ਜਦੋਂ ਕਥਨੀ ਵੀ ਕਰਨਗੇ, ਉਹ ਮਾਇਆ ਨੂੰ ਹੀ ਕਥਨਗੇ। ਵੀ ਉਹ ਪਰਮਾਤਮਾ ਨਿਰੰਕਾਰ ਦੀ ਕਹਾਣੀ ਨਹੀਂ ਕਰਨੀ, ਉਹਨਾਂ ਨੇ ਅਕਥ ਕਹਾਣੀ ਨਹੀਂ ਕਰਨੀ, ਉਹਨਾਂ ਨੇ ਮਾਇਆ ਦੀ ਹੀ ਕਹਾਣੀ ਕਰਨੀ। ਮਹਾਰਾਜ ਕਹਿੰਦੇ ਅਸੰਤ ਨਾੜੀ ਕਦੇ ਨਾ ਬੂਝੇ, ਕਥਨੀ ਕਰੇ ਤੇ ਮਾਇਆ ਨਾ ਲੂਝੇ, ਅੰਧ ਗਿਆਨੀ ਕਦੇ ਨਾ ਸੀਝੇ। ਉਹਨੂੰ ਗੁਰਬਾਣੀ 'ਚ ਕਹਿੰਦੇ ਵੀ ਇਹ ਅੰਧ ਗਿਆਨੀ, ਵੀ ਇਹ ਮਨਮੁਖ ਹੈ, ਇਹਦੀ ਬੁੱਧ ਹੈ ਜਿਹੜੀ ਉਹ ਕੱਚੀ ਹੈ, ਵੀ ਇਹਦਾ ਜਿਹੜਾ ਮਨ ਹੈ ਉਹ ਆਪ ਨਹੀਂ ਸਥਿਰ, ਇਸ ਕਰਕੇ ਕਥ ਕਹਾਣੀ ਨਹੀਂ ਕਰ ਸਕਦਾ। ਮਾਰੇ ਕਹਿੰਦੇ ਮਨਮੁਖ ਬੁੱਧ ਕਾਚੀ, ਮਨੁਆ ਡੋਲੇ, ਅਕਥ ਨਾ ਕਥੇ ਕਹਾਣੀ। ਵੀ ਜਿਹਦਾ ਮਨ ਆਪ ਸੁੱਤਾ ਭਰਮ ਦੇ ਵਿੱਚ, ਉਹ ਕਥ ਕਹਾਣੀ ਨਹੀਂ ਕਰੇਗਾ, ਉਹ ਸੰਸਾਰ ਦੀ ਕਹਾਣੀ ਕਰੇਗਾ, ਮਾਇਆ ਦੀ। ਉਹ ਬੋਲੇਗਾ ਝੂਠ। ਝੂਠ ਕੀ ਹੈ? ਸੰਸਾਰ ਦੀਆਂ ਗੱਲਾਂ ਇਹ ਸਾਰੀਆਂ ਝੂਠ ਨੇ। ਅਤੇ ਉਹ ਝੂਠ ਨੂੰ ਇਸ ਤਰ੍ਹਾਂ ਪੇਸ਼ ਕਰੇਗਾ ਵੀ ਮੈਂ ਸੱਚ ਬੋਲਦਾ, ਵੀ ਸੱਚੀ ਗੱਲ ਕਹਿਣੀ ਇਹ ਨਿੰਦਿਆ ਨਹੀਂ ਹੁੰਦੀ, ਮੈਂ ਤਾਂ ਸੱਚ ਬੋਲ ਰਿਹਾ ਜੀ। ਇਹ ਸੱਚ ਨਹੀਂ ਜਿਹਨੂੰ ਅਸੀਂ ਸੰਸਾਰ ਦੀਆਂ ਗੱਲਾਂ ਕਹਿੰਦੇ ਵੀ ਇਹ ਸੱਚ। ਇਹ ਤਾਂ ਸੱਚ ਜੇ ਅਸੀਂ ਬੋਲਾਂਗੇ ਸੰਸਾਰ ਦਾ, ਜਿਹਨੂੰ ਅਸੀਂ ਕਹਿੰਦੇ ਇਹ ਤਾਂ ਸੱਚ ਲੜਾਈਆਂ ਪਵਾ ਦਿੰਦਾ। ਕਿਉਂਕਿ ਜੇ ਅਸੀਂ ਆਖੀਏ ਨਾ, ਕਈ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਨਹੀਂ ਕਹਿਣ ਵਾਲੀਆਂ ਹੁੰਦੀਆਂ, ਅਸੀਂ ਉਹ ਆਖਾਂਗੇ ਅਤੇ ਉਹ ਤਾਂ ਲੜਾਈਆਂ ਪੈ ਜਾਣਗੀਆਂ, ਦਬਦਾ ਪੈ ਜਾਏਗੀ, ਵੈਰ ਵਿਰੋਧ ਹੋਰ ਵੱਧ ਜਾਏਗਾ। ਇਹ ਸੱਚ ਨਹੀਂ ਜਿਹੜੀਆਂ ਅਸੀਂ ਸੰਸਾਰ ਦੀਆਂ ਗੱਲਾਂ ਕਹਿੰਦੇ ਹਾਂ ਵੀ ਮੈਂ ਸੱਚ ਬੋਲਦਾ ਜੀ, ਜਾਂ ਇਹ ਝੂਠ ਬੋਲਦਾ ਹੈ।
सच कहते परमात्मा निरंकार वाहिगुरू नूं सच आखे। जो ये आवा वाहिगुरू बोलते हैं ये सच है। जो सच ते नाम की महिमा गुरबाणी गुरु करते ये सच है। जो असी संसार दीयां गल्लां करते ये सब झूठियां ने। इसलिए महाराज कहते बोलीए सच धर्म झूठ ना बोलीए। जो गुर दसे बाट मरीदा जोलीए। बई जो सानू गुरु बाट दस रहा ਉਹਦੇ ਤੇ ਚੱਲੋ ਤੇ ਉਹ ਸਾਨੂੰ ਕਹਿ ਰਹੇ ਵੀ ਸਿਮਰਨ ਕਰੋ। ਸਿਮਰਨ ਕਰਕੇ ਸੁੱਤੇ ਹੋਏ ਮਨ ਨੂੰ ਜਗਾਓ। ਤੁਸੀਂ ਭਰਮ 'ਚ ਨਾ ਰਹੋ। ਇਹ ਜਿਹਨੂੰ ਤੁਸੀਂ ਸੰਸਾਰੀ ਸੱਚ ਕਹਿੰਦੇ ਹੋ ਇਹ ਸੱਚ ਨਹੀਂ, ਇਹ ਝੂਠ ਹੈ। ਸੱਚ ਦਾ ਪਰਮਾਤਮਾ ਹੈ ਨਿਰੰਕਾਰ, ਜਿਹੜਾ ਸਦਾ ਰਹਿਣ ਵਾਲਾ। ਜਿਹੜੀ ਹੁਣ ਅਸੀਂ ਇਹ ਸੰਸਾਰ ਦੀਆਂ ਗੱਲਾਂ ਕਰਦੇ ਇਹ ਸਦਾ ਥੋੜ੍ਹੀ ਰਹਿਣ ਵਾਲੀਆਂ। ਇਹ ਸਰੀਰ ਨਹੀਂ ਸਦਾ ਰਹਿਣਾ ਤੇ ਇਹਦੀਆਂ ਗੱਲਾਂ ਕਿਵੇਂ ਸਦਾ ਰਹਿ ਜਾਣਗੀਆਂ। ਇਸ ਵਾਸਤੇ ਸੱਚ ਕਹਿੰਦੇ ਜਿਹੜਾ ਸਦਾ ਹੈ, ਜਿਹੜਾ ਪਹਿਲਾਂ ਵੀ ਸੀ ਹੁਣ ਵੀ ਹੈ ਤੇ ਜਿਹਨੇ ਸਦਾ ਰਹਿਣਾ। ਜੋ ਸਾਨੂੰ ਮਹਾਰਾਜ ਸਮਝਾਉਂਦੇ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੱਚ ਨੂੰ ਗੁਰੂ ਨਾਨਕ ਦੇ ਘਰ ਨੇ ਆਖਿਆ ਹੈ ਵਾਹਿਗੁਰੂ। ਆਓ ਹੁਣ ਜੋ ਆਪਾਂ ਨੂੰ ਮਹਾਰਾਜ ਕਹਿੰਦੇ ਸੱਚ ਬੋਲੋ। सच बोलना की है जिहड़ा आपां सिमरन करते हैं ये है सच बोलना। जदों असीं ये बोलांगे साडी जिहड़ी रसना है सुची हो जाएगी। इसलिए महाराज कहते परमात्मा दे गुण गा के ये साडी रसना सुची हो जाती। सच बोल के ये रसना सुची हो जाती। आओ हुण जो महाराज सानूं बोलण नूं कह रहे ये सिमरन अभ्यास करना सच बोलना। आओ सारे गुरमुख प्यारे करो जी शुरू। वाहिगुरू 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 गुरु वाहिगुरू 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 वाहिगुरू
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਹੈ ਗੁਰਮੁਖ ਪਿਆਰਿਓ ਸੱਚ ਬੋਲਣਾ। ਜਿਹੜਾ ਜੀਵ ਆਪਾਂ ਨੂੰ ਕਹਿੰਦਾ ਨਾ ਵੀ ਮੈਂ ਸੱਚ ਬੋਲਦਾ, ਉਹਨਾਂ ਨੂੰ ਦੱਸਿਆ ਕਰੋ ਵੀ ਸੱਚ ਤਾਂ ਵਾਹਿਗੁਰੂ ਉਹ ਤੋਂ ਬੋਲਦਾ ਨਹੀਂ। ਜਿਹੜਾ ਤੂੰ ਨਿੰਦਿਆ ਕਰਦਾ ਨਾ, ਕਹਿੰਦਾ ਮੈਂ ਸੱਚ ਕਹਿੰਦਾ, ਇਹ ਸੱਚ ਨਹੀਂ ਹੈ। ਜਿਹੜਾ ਤੂੰ ਦੂਸਰਿਆਂ ਦੇ ਔਗਣ ਫਰੋਲਦਾ ਨਾ, ਇਹ ਸੱਚ ਨਹੀਂ ਹੈ। ਜਿਹੜਾ ਤੂੰ ਕਹਿੰਦਾ ਵੀ ਮੈਂ ਸੱਚ ਬੋਲਦਾ ਜੀ, ਇਹ ਮੈਂ ਉਹ ਗੱਲ ਆਈ ਹੈ, ਇਹ ਸੱਚੀ ਗੱਲ ਹੈ। ਇਸ ਕਰਕੇ ਫਿਰ ਆਪਾਂ ਨੂੰ ਸਤਿਗੁਰੂ ਸਮਝਾਉਂਦੇ ਵੀ ਸੱਚ ਹੈ ਵਾਹਿਗੁਰੂ, ਪਰਮਾਤਮਾ ਨੂੰ ਸੱਚ ਆਖੀ। ਜਦੋਂ ਅਸੀਂ ਸੱਚ ਬੋਲਾਂਗੇ ਸਾਡੀ ਰਸਨਾ ਸੁੱਚੀ ਹੋ ਜਾਏਗੀ, ਸਾਡਾ ਮਨ ਸੁੱਚਾ ਹੋ ਜਾਏਗਾ, ਸਾਡੇ ਮਨ ਤੋਂ ਝੂਠ ਉਤਰ ਜਾਣੀ। ਝੂਠ ਕੀ ਹੈ? ਵਿਚਾਰਾਂ ਦੀ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸੱਚ ਬੋਲੋ, ਵੱਧ ਤੋਂ ਵੱਧ ਪਰਮਾਤਮਾ ਦੇ ਗੁਣ ਗਾਓ, ਇਹ ਸਿਮਰਨ ਕਰਦੇ ਰਹੋ, ਸੱਚ ਬੋਲਦੇ ਰਹੋ। ਬਹਿੰਦੇ ਉੱਠਦੇ ਕੰਮ ਕਾਰ ਕਰਦੇ ਇਹ ਸੱਚ ਬੋਲਦੇ ਰਹੋ, ਸਿਮਰਨ ਕਰਦੇ ਹੀ ਸਦਾ ਸਦਾ ਸਿਮਰ ਦਿਨ ਰਾਤ, ਉਠਤ ਬੈਠਤ ਸਾਸ ਗਿਰਾਸ। ਤਾਂਹੀਓ ਮਾਰੇ ਕਹਿੰਦੇ ਵੀ ਗੁਰਮੁਖ ਸੱਚ ਬੋਲਦੇ। ਸੱਚ ਕੀ ਬੋਲਦੇ? ਵੀ ਉਹ ਮਾਲਕ ਦਾ ਸਿਮਰਨ ਕਰਦੇ ਰਹਿੰਦੇ, ਇਹੋ ਸੱਚ ਹੈ। ਹੋਰ ਇਹ ਤਾਂ ਨਹੀਂ ਵੀ ਉਹ ਸੰਸਾਰ ਦੀਆਂ ਗੱਲਾਂ ਕਰੀ ਜਾਂਦੇ ਅਤੇ ਉਹਨੂੰ ਕਹਿੰਦੇ ਵੀ ਇਹ ਸੱਚ ਹੈ ਜੀ। ਇਹ ਤਾਂ ਸੰਸਾਰ ਦੀਆਂ ਗੱਲਾਂ ਹੀ ਝੂਠੀਆਂ, ਤ੍ਰੈ ਗੁਣਾਂ ਦੀਆਂ, ਮਾਇਆ ਦੀਆਂ, ਇਹਦੇ ਵਿੱਚ ਤਾਂ ਸਾਰਾ ਝੂਠ ਹੀ ਝੂਠ ਹੈ। ਇਸ ਵਾਸਤੇ ਹੁਣ ਆਪਾਂ ਕੋਸ਼ਿਸ਼ ਕਰਨੀ, ਇਹ ਵੱਧ ਤੋਂ ਵੱਧ ਆਪਾਂ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਖੋਜਣਾ। ਅਤੇ ਜੋ ਸਤਿਗੁਰੂ ਸਾਨੂੰ ਕਹਿ ਰਹੇ ਵੀ ਤੁਸੀਂ ਅੰਤਰਮੁਖੀ ਹੋ, ਅੰਤਰਮੁਖੀ ਹੋ ਕੇ ਅਸੀਂ ਉਹ ਆਤਮ ਆਰਾਮ ਦੀ, ਆਤਮ ਰਸ ਦੀ ਪਹਿਚਾਣ ਕਰ। ਤਾਂਹੀਓ ਮਹਾਰਾਜ ਕਹਿੰਦੇ ਵੀ ਜਿਨ੍ਹਾਂ ਨੂੰ ਇਹ ਪਹਿਚਾਣ ਆ ਗਈ ਉਹ ਗੁਰਮੁਖ ਧੰਨ, ਅਤੇ ਉਹਨਾਂ ਦਾ ਆਉਣਾ ਸੰਸਾਰ 'ਚ ਪ੍ਰਵਾਨ ਹੋ ਗਈ, ਉਹ ਪ੍ਰਵਾਨ ਹੋ ਗਈ। ਮਹਾਰਾਜ ਕਹਿੰਦੇ ਆਤਮ ਰਸ ਜਹ ਜਾਣਿਆ ਸਹਿਜੇ ਹਰ ਰੰਗ ਮਾਣ, ਨਾਨਕ ਧੰਨ 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 ਜਨ ਆਏ ਤੇ ਪ੍ਰਵਾਨ। ਵੀ ਉਹ ਜਨ ਧੰਨ ਨੇ ਅਤੇ ਉਹਨਾਂ ਦਾ ਆਉਣਾ ਪ੍ਰਵਾਨ। ਜਿਹੜੇ ਅੰਤਰਮੁਖੀ ਹੋ ਗਏ, ਜਿਹੜੇ ਸਹਿਜ ਘਰ ਚਲੇ ਗਏ,
ਉਹ ਇਸ ਵਾਸਤੇ ਹੁਣ ਆਪਾਂ ਵੀ ਕੋਸ਼ਿਸ਼ ਕਰਨੀ ਆਪਦੇ ਘਰ ਜਾਈਏ, ਸਹਿਜ ਵਿੱਚ ਅਤੇ ਆਨੰਦ ਲਈਏ, ਸੁੱਖ ਲਈਏ, ਮਨ ਨੂੰ ਸੁੱਖ ਦਈਏ। ਸੋ ਉਹਦੇ ਵਾਸਤੇ ਫਿਰ ਇਹ ਆਪਾਂ ਵੱਧ ਤੋਂ ਵੱਧ ਸਤਸੰਗਤ ਕਰਨੀ, ਤਾਂ ਕਿ ਸਾਨੂੰ ਇਹ ਗਿਆਨ ਹੋਵੇ, ਸੋਝੀ ਆਵੇ, ਇਹ ਗਿਆਨ ਸਾਡੇ ਮਨ ਨੂੰ ਦ੍ਰਿੜ ਹੋ ਜੇ। ਇਹ ਸਾਰਾ ਗਿਆਨ ਭੇਤ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ। ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਉਸੇ ਗਿਆਨ ਨੂੰ ਹੀ ਆਪਾਂ ਇਹ ਦ੍ਰਿੜ ਕਰਦੇ ਵਾਰ-ਵਾਰ, ਤਾਂ ਕਿ ਸਾਡੇ ਹਿਰਦੇ 'ਚ ਮਨ 'ਚ ਵਸ ਜੇ। ਇਹ ਆਪਣਾ ਮਨ ਇਸ ਗਿਆਨ ਨੂੰ ਕਮਾ ਲਵੇ, ਮੰਨ ਕੇ ਘਰ ਚਲਾ ਜਾਵੇ, ਆਪਣੀ ਸਹਿਜ ਘਰ ਦੇ ਵਿੱਚ ਚਲਾ ਜਾਵੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।